ਰਹੀ ਹੈ KRP 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 26 ਜੁਲਾਈ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRP 1110 AM ਤੇ। स्टूडियो का नंबर है 6045929191 604 592 9191। स्वागत करते हैं डॉक्टर शिंदर पुरेवाल जी का। डॉक्टर साहब प्रोग्राम च स्वागत है जी। गुड मॉर्निंग। गुड मॉर्निंग डॉक्टर साहब। गलबात का सिलसिला शुरू करते हैं आपां। कैनेडा दे विच लेबर शॉर्टेज आ ते इकोनॉमिस्ट का कहना कि पैंडेमिक इहदे लई रिस्पोंसिबल नहीं हैगा, बल्कि 60-65 साल पहला तो ही पता सी, पर सिचुएशन नूं सही करन दे लई कुछ कीता नहीं गया। इस खबर दे विस्तार बारे सानूं दसो। देखो अजकल एक बहानेबाजी चल पई ना भी हर चीज़ जिहड़ी आ वो पैंडेमिक करके हुई है। जे किसी नूं एजमा भी होया ना वो भी यही कहंदे कि मैनूं पैंडेमिक दा करके। सरकारां नूं तां बहुत वड्डा बहाना मिलिया है। जे शॉर्टेज आ रही है लेबर दी, ਇਹ ਡੈਮੋਗ੍ਰਾਫੀ ਦੇ ਨਾਲ ਆ। ਸਾਡੇ ਡੈਮੋਗ੍ਰਾਫਰਸ ਹਮੇਸ਼ਾ ਹੀ ਪਹਿਲਾਂ ਸਟੱਡੀ ਕਰਦੇ, ਜਿਹੜੀ ਸਾਡੀ ਇਮੀਗ੍ਰੇਸ਼ਨ ਪਾਲਿਸੀ ਆ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਡੈਮੋਗ੍ਰਾਫਰਸ ਦਾ ਹੈ। ਉਹ ਦੇਖਦੇ ਆ ਕਿ ਕਿੰਨੇ ਬੱਚੇ ਜੰਮਦੇ ਆ, ਕਿੰਨੇ ਬੱਚੇ ਮਰਦੇ ਆ, ਕਿੰਨੇ ਪਾਪੂਲੇਸ਼ਨ ਸਾਡੀ ਮਰਦੀ ਆ, ਕਿੰਨੇ ਲੋਕੀ ਆ ਜਿਹੜੇ ਸਾਡੇ ਵਰਕਿੰਗ ਏਜ ਦੇ ਵਿੱਚ ਆ, ਤੇ ਉਹ ਉਹਦੇ ਨਾਲ ਪਹਿਲਾਂ ਹੀ ਅਨੁਮਾਨ ਲਾ ਕੇ ਦੱਸ ਦਿੰਦੇ ਆ ਕਿ ਜਨਮ ਦਰ ਤੇ ਜਾ ਰਿਹਾ, ਥੱਲੇ ਜਾ ਰਿਹਾ, ਕੀ ਹੋਣਾ ਸਾਡੇ ਨਾਲ, ਕੀ ਨਹੀਂ ਹੋਣਾ। ਉਹ ਪਹਿਲਾਂ ਦੱਸ ਦਿੰਦੇ ਕਿ ਤੁਹਾਨੂੰ ਅੱਜ ਤੋਂ 30 ਸਾਲ ਬਾਅਦ 'ਚ ਕੀ ਹੋਣਾ, 40 ਸਾਲ ਬਾਅਦ 'ਚ ਕੀ ਹੋਣਾ, 20 ਸਾਲ ਬਾਅਦ 'ਚ ਕੀ ਹੋਣਾ। ਤੇ ਉਹਦੇ ਹਿਸਾਬ ਦੇ ਨਾਲ ਅਸੀਂ ਫਿਰ ਇਮੀਗ੍ਰੇਸ਼ਨ ਪਾਲਿਸੀ ਬਣਾਉਂਦੇ ਹਾਂ। ਸਾਡੇ ਉੱਥੇ ਸੈਂਸਸ ਇੰਸਟੀਚਿਊਟ ਆ ਮੁੰਬਈ ਦੇ ਵਿੱਚ, ਜਿਹੜੀ ਚੀਫ ਸੈਂਸਸ ਇੰਸਟੀਚਿਊਟ ਆਫ ਇੰਡੀਆ ਉਹ ਸਾਰੀ ਮੁੰਬਈ ਦੇ ਵਿੱਚ ਹੀ ਹੈ। ਹਾਂਜੀ। ਉੱਥੇ ਮੈਂ ਨਾਰਥ ਵੈਸਟ ਆਪਣੇ ਨਾਰਥ ਵੈਸਟ ਦਾ ਇੰਚਾਰਜ ਜਿਹੜਾ ਚੀਫ ਡੈਮੋਗ੍ਰਾਫਰ ਸੀ ਨਾ, ਮੈਂ ਉਹਨੂੰ ਮਿਲਣਾ ਸੀ। ਮੇਰੀ ਦਿਲਚਸਪੀ ਸੀ ਪੰਜਾਬ ਦੀ ਪੁਰਾਣੀ ਸੈਂਸਸ ਦੇ ਵਿੱਚ, ਖਾਸ ਤੌਰ ਤੇ 1931 ਜਿਹੜਾ 1931 ਲਾਸਟ ਟਾਈਮ ਸੀ ਪੰਜਾਬ 'ਚ ਜਦੋਂ ਐਕਚੁਅਲੀ ਕਾਸਟ ਦੀ ਜਿਹੜੀ ਜ਼ਾਤ ਦੀ ਉਹਨਾਂ ਨੇ ਮਰਦਮਸ਼ੁਮਾਰੀ ਕੀਤੀ ਸੀ। ਉਸ ਤੋਂ ਬਾਅਦ ਤਾਂ 1941 'ਚ ਲੜਾਈ ਲੱਗੀ ਸੀ, 51 ਦੇ ਬਾਅਦ 'ਚ ਹਟ ਗਏ। ਉਹ ਬੰਦਾ ਹੱਸਦਾ ਸੀ, ਮੈਨੂੰ ਹਰਿਆਣੇ ਦਾ ਸੀ ਬੰਦਾ। ਉਹ ਕਹਿੰਦਾ ਵੀ ਮੇਰੇ ਨਾਂ ਨਾਲ ਲਿਖਿਆ ਕਾਰਡ ਦੇ ਉੱਤੇ ਲਿਖਿਆ ਨਾ ਉਹਨੇ ਆਪਣਾ ਨਾਂ ਲਿਖ ਕੇ ਚੀਫ ਡੈਮੋਗ੍ਰਾਫਰ ਨਾਰਥ ਵੈਸਟ ਇੰਡੀਆ। ਕਹਿੰਦਾ ਵੀ ਇਹ ਅੰਗਰੇਜ਼ੀ 'ਚ ਤਾਂ ਬਹੁਤ ਸੋਹਣਾ ਲੱਗਦਾ ਨਾਂ, ਬੜਾ ਵਧੀਆ ਲੱਗਦਾ ਜਦੋਂ ਕਿ ਤੁਸੀਂ ਕਹਿੰਦੇ ਚੀਫ ਡੈਮੋਗ੍ਰਾਫਰ। ਕਹਿੰਦਾ ਫਿਰ ਪੁੱਛਦੇ ਆ ਪਿੰਡਾਂ ਦੇ ਵਿੱਚ ਲੋਕੀ, ਸਾਨੂੰ ਸ਼ਹਿਰਾਂ 'ਚ ਵੀ ਪੁੱਛਦੇ ਤੂੰ ਕੰਮ ਕੀ ਕਰਦਾ। ਹਾਂਜੀ। ਕਹਿੰਦਾ ਮੈਂ ਉਹਨਾਂ ਨੂੰ ਦੱਸਦਾ ਮੈਂ ਆਬਾਦੀ ਦੀ ਸਟੱਡੀ ਕਰਦਾ। ਕਹਿੰਦਾ ਉਦੋਂ ਫਿਰ ਸਾਡੀ ਬਿਲਕੁਲ ਹੀ ਬੁੱਕਤ ਘਟ ਜਾਂਦੀ ਹੈ। ਕਹਿੰਦਾ ਉਹ ਕਹਿੰਦਾ ਯਾਰ ਆਬਾਦੀ ਦੀ ਸਟੱਡੀ ਇਹ ਵੀ ਕੋਈ ਚੀਜ਼ ਹੁੰਦੀ ਹੈ, ਅਸੀਂ ਤਾਂ ਕੰਧਾਂ ਤੇ ਆਹੇ ਲਿਖਿਆ ਅਸੀਂ ਦੋ ਹਮਾਰੇ ਦੋ। ਹਾਂਜੀ। ਪਹਿਲਾਂ ਇਹ ਸਲੋਗਨ ਹੁੰਦਾ ਸੀ ਹਮ ਦੋ ਹਮਾਰੇ ਦੋ। ਹਾਂਜੀ। ਤੇ ਹੁਣ ਤਾਂ ਲੋਕਾਂ ਦੇ ਇੱਕ ਇੱਕ ਹੀ ਆ ਨਾ ਬੱਚਾ। ਡਾਕਟਰ ਸਾਹਿਬ ਬਾਹਰ ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਸੀ ਪਿੰਕੀ ਪੱਪੂ ਤੇ ਬਿੱਟੂ ਦੇ ਡੈਡੀ ਦੀ ਗੱਡੀ ਸਮਥਿੰਗ। ਇਹ ਜ਼ਿਆਦਾ ਸ਼ਹਿਰਾਂ ਦਾ ਵਿੱਚ ਦਿੱਲੀ ਦੇ ਵਿੱਚ ਪ੍ਰਚਲਿਤ ਹੁੰਦਾ ਸੀ। ਹਾਂਜੀ। ਤੇ ਇਹ ਡੈਮੋਗ੍ਰਾਫੀ ਇੱਕ ਐਕਚੁਅਲੀ ਸਾਇੰਟੀਫਿਕ ਸਟੱਡੀ ਆ ਸੋਸ਼ਲ ਸਾਇੰਸਿਸ ਦੇ ਵਿੱਚ, ਜਿਹੜੇ ਅੰਦਾਜ਼ਾ ਲਾਉਂਦੇ ਰਹਿੰਦੇ। ਜਦੋਂ ਅਸੀਂ ਗੱਲ ਕਰਦੇ ਸੀ ਕਿ ਨਾ ਵੀ 200 ਜਿਹੜੇ 200 ਕਪਲ 200 ਬੰਦਾ ਔਰਤ ਹੋਵੇ, 100 ਕਪਲ ਮਤਲਬ ਜੀ ਜੋੜਾ, 100 ਜੋੜਾ, ਜੇ ਉਹਨਾਂ ਦੇ 230 ਬੱਚੇ ਨਹੀਂ ਹੁੰਦੇ ਤਾਂ ਫਿਰ ਸਾਡੀ ਆਬਾਦੀ ਨਹੀਂ ਵੱਧਦੀ ਜੀ। 230 ਤੋਂ ਜੋ ਘਟਦੇ ਆ ਫਿਰ ਆਬਾਦੀ ਘਟਣ ਲੱਗ ਪੈਂਦੀ ਹੈ। ਇਹ ਡੈਮੋਗ੍ਰਾਫਰਸ ਉਹਨਾਂ ਦੇ ਹਿਸਾਬ ਦੇ ਨਾਲ ਲਾਉਂਦੇ ਆ ਕਿ ਸਾਡੀ ਆਬਾਦੀ ਜੇ 230 ਬੱਚੇ ਨਹੀਂ ਆ ਘਟਦੀ ਆ ਕਿ ਵੱਧਦੀ ਆ, ਇਹੀ ਸਾਨੂੰ ਦੱਸਦੇ ਆ। ਇਹ ਦੱਸ ਦਿੰਦੇ ਕਿ 10 ਸਾਲਾਂ ਨੂੰ ਸਾਡੀ ਕੀ ਹੋਣੀ ਆ, 20 ਸਾਲਾਂ ਨੂੰ ਕੀ ਹੋਣੀ ਆ। ਤਾਂ ਆਹ ਗੱਲਾਂ ਉਹ ਕਹਿੰਦੇ ਡੈਮੋਗ੍ਰਾਫਰ ਜਿਹੜੇ ਆ ਉਹ ਕਹਿੰਦੇ ਵੀ ਜਿਹੜਾ ਹੁਣ ਬੇਬੀ ਬੂਮਰਸ ਇੱਕ ਸ਼ਬਦ ਯੂਜ਼ ਕੀਤਾ ਜਾਂਦਾ ਨਾ। ਹਾਂਜੀ। ਬੇਬੀ ਬੂਮਰਸ ਉਹ ਆ ਜਿਹੜੇ ਜਦੋਂ ਵਰਲਡ ਵਾਰ 2 ਐਂਡ ਹੋਈ ਆ ਉਦੋਂ ਇੱਕਦਮ ਇਕਨੋਮੀ ਵਧੀ ਆ।
ਇੱਥੇ ਸਾਡੇ ਵੀ ਜਿੰਨੀਆਂ ਯੂਨੀਵਰਸਿਟੀ ਬਹੁਤ SFU UVEC ਜੇ ਉਹ ਇਹ ਸਾਰੀਆਂ World War II ਤੋਂ ਬਾਅਦ ਬਣੀਆਂ ਸੀ ਸਾਰੀਆਂ ਇੱਥੋਂ ਤੱਕ ਐਕਸਪੈਂਸ਼ਨ ਇੰਨੀ ਹੋਈ ਸਾਡੇ ਐਜੂਕੇਸ਼ਨ 'ਚ ਹੈਲਥ ਫੀਲਡ ਦੇ ਵਿੱਚ ਹਰ ਫੀਲਡ ਦੇ ਵਿੱਚ ਤੇ ਉਦੋਂ ਇਹਨਾਂ ਨੇ ਦੂਸਰੇ ਤੋਂ ਅਫਰੀਕਾ ਲੈਟਿਨ ਅਮਰੀਕਾ ਏਸ਼ੀਆ ਤੋਂ ਬੰਦੇ ਲਿਆਉਣੇ ਸ਼ੁਰੂ ਕੀਤੇ ਉਸ ਵੇਲੇ ਭਾਵੇਂ ਕਿ ਇਹਨਾਂ ਦੇ ਵੀ ਪਾਪੂਲੇਸ਼ਨ ਇਦਾਂ ਹੀ ਹੁੰਦੀ ਸੀ 4 ਭਰਾ ਆ 3 ਭੈਣਾਂ ਆ 3 ਭਰਾ ਆ 4 ਭੈਣਾਂ ਆ ਪਰ ਹੁਣ ਤੱਕ ਘਟ ਗਏ ਇਹਨਾਂ ਦੇ ਆਬਾਦੀ ਘਟ ਗਈ ਪਰ ਇਹ ਅੰਦਾਜ਼ਾ ਇਹਨਾਂ ਨੇ ਉਦੋਂ ਹੀ ਲਾਇਆ ਸੀ ਜਿਹੜੇ ਡੈਮੋਗ੍ਰਾਫਰਸ ਆ ਕਿ ਆ ਜਿਹੜੇ ਬੇਬੀ ਬੂਮਰਸ ਆ 1945 ਤੋਂ ਬਾਅਦ ਤੇ 1962 ਤੋਂ ਪਹਿਲਾਂ ਪੈਦਾ ਹੋਏ ਆ ਇਹਨਾਂ ਨੇ ਇੱਕ ਦਿਨ ਜਦੋਂ ਇਹ ਕਾਫੀ ਇਹਨਾਂ ਦੀ ਬਹੁਤ ਤਾਦਾਦ ਜ਼ਿਆਦਾ ਸੀ ਬੇਬੀ ਬੂਮਰਸ ਦੀ ਹਾਂਜੀ ਜਦੋਂ ਉਹਨਾਂ ਨੇ ਅੰਦਾਜ਼ਾ ਲਾਇਆ ਸੀ ਵੀ ਜਦੋਂ ਇਹਨਾਂ ਨੇ ਰਿਟਾਇਰ ਹੋਣਾ ਨਾ ਉਦੋਂ ਇੱਕਦਮ ਕਿੱਲਤ ਪੈਣੀ ਹੈ ਸ਼ਾਰਟੇਜ ਪੈਣੀ ਹੈ ਹੁਣ ਦੇਖੋ ਤੁਸੀਂ ਅੱਜ ਤੋਂ ਕਿੰਨੇ 62 ਸਾਲ ਪਹਿਲਾਂ ਦੱਸ ਦਿੱਤਾ ਨਾ ਹਾਂਜੀ ਡੈਮੋਗ੍ਰਾਫਰਸ ਨੇ ਜੀ ਹੁਣ ਜੇ ਸਰਕਾਰਾਂ ਨਹੀਂ ਸੁਣਦੀਆਂ ਜੇ ਜਸਟਿਨ ਟਰੂਡੋ ਹੁਣੀ ਨੇ ਕਦੇ ਧਿਆਨ ਨਹੀਂ ਦਿੱਤਾ ਇਹਦਾ ਮਤਲਬ ਇਹ ਨਹੀਂ ਵੀ ਸਾਇੰਸ ਇਹ ਮਾੜੀ ਹੈ ਜੀ ਜੇ ਬੰਦਾ ਕਵੇ ਮੈਂ ਤਾਂ ਧਿਆਨ ਨਹੀਂ ਦਿੱਤਾ ਹੁਣ ਸਾਨੂੰ ਦੱਸ ਦਿੰਦਾ ਅਗਲੇ ਹਫ਼ਤੇ ਧੁੱਪ ਨਿਕਲਣੀ ਹੈ ਚੰਗੀ ਨਿਕਲਣੀ ਹੈ ਗਰਮੀ ਹੋਣੀ ਹੈ ਹਾਂਜੀ ਇਹਨਾਂ ਨੇ ਪਹਿਲਾਂ ਹੀ ਦੱਸ ਦਿੱਤਾ ਸਾਨੂੰ ਹਾਂਜੀ ਹੁਣ ਜੇ ਨਹੀਂ ਤੁਸੀਂ ਆਪਣੇ ਆਪ ਨੂੰ ਉੱਦਾਂ ਪਲਾਨ ਕਰਨਾ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਅੱਜ ਬਹੁਤ ਜ਼ਿਆਦਾ ਗਰਮੀ ਹੋ ਗਈ ਯਾਰ ਮੈਨੂੰ ਪਤਾ ਹੀ ਨਹੀਂ ਲੱਗਾ ਹਾਂਜੀ ਜੇ ਖਬਰ ਹੀ ਨਹੀਂ ਪੜ੍ਹਨੀ ਤਾਂ ਪਤਾ ਕਿੱਥੋਂ ਲੱਗਣਾ ਹਾਂਜੀ ਡੈਮੋਗ੍ਰਾਫਰਸ ਨੇ ਡਾਕਟਰ ਸਾਹਿਬ ਆਪਣਾ ਕੰਮ ਕੀਤਾ ਸੀ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਦੱਸਿਆ ਹਰ ਇੱਕ ਦੇਸ਼ ਨੂੰ ਦੱਸਦੇ ਆ ਜਿਹੜੀ ਸਾਡੀ ਇਮੀਗ੍ਰੇਸ਼ਨ ਪਾਲਿਸੀ ਆ ਡੈਮੋਗ੍ਰਾਫਰਸ ਜਿਹੜੇ ਆ ਉਹਨਾਂ ਤੋਂ ਸਭ ਤੋਂ ਪਹਿਲਾਂ ਪੁੱਛਦੇ ਆ ਫਿਰ ਉਹ ਦੱਸਦੇ ਆ ਸਾਡੇ ਹਿਊਮਨ ਰਿਸੋਰਸਸ ਜਿਹੜਾ ਡਿਪਾਰਟਮੈਂਟ ਆ ਉਹਨਾਂ ਨੂੰ ਦੱਸਦੇ ਆ ਕਿ ਸਾਨੂੰ ਸ਼ਾਰਟੇਜ ਕਿਹੜੀ ਲੇਬਰ ਦੇ ਵਿੱਚ ਪੈਣੀ ਹੈ ਤੇ ਫਿਰ ਉਹ ਹਿਊਮਨ ਰਿਸੋਰਸਸ ਡਿਪਾਰਟਮੈਂਟ ਦੇਖਦਾ ਆ ਕਿ ਸਾਡੇ ਕਿਹੜੀ ਇਕਨੋਮੀ ਦੇ ਵਿੱਚ ਸਾਡੀ ਆਰਥਿਕਤਾ ਦੇ ਵਿੱਚ ਕਿਹੜੇ ਸੈਕਟਰਸ ਆ ਤੇ ਕਿਹੜੇ ਸੈਕਟਰਸ ਦੇ ਵਿੱਚ ਸਾਨੂੰ ਘੱਟ ਮਜ਼ਦੂਰ ਮਿਲਣੇ ਆ ਕਿਹੜੇ ਵਿੱਚ ਵੱਧ ਮਿਲਣੇ ਆ ਤਾਂ ਕਿ ਅਸੀਂ ਉਹਨਾਂ ਨੂੰ ਐਡਜਸਟ ਕਰ ਸਕੀਏ ਤੇ ਸਭ ਤੋਂ ਵੱਡੀ ਜੇ ਪ੍ਰੋਬਲਮ ਪੈਣੀ ਸੀ ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਮੀਗ੍ਰੇਸ਼ਨ ਦੀ ਪੈਣੀ ਆ ਕਿਉਂਕਿ ਸਾਡੇ ਇੱਥੇ ਇਸ ਵੇਲੇ 1990 ਦੇ ਰੌਲਾ ਪਾ ਰਿਹਾ ਉਹ ਕਿ ਆਬਾਦੀ ਇੰਨੀ ਘਟਦੀ ਜਾ ਰਹੀ ਆ ਤੁਸੀਂ ਦੇਖੋ 230 ਚਾਹੀਦੇ ਨਾ ਸਾਡੇ 149 ਆ ਬੱਚੇ ਹਾਂਜੀ ਮਤਲਬ 200 ਜਿਹੜਾ ਬੰਦਾ ਆ 100 ਜੋੜੇ ਦੇ 200 ਵੀ ਬੱਚੇ ਹੈ ਨਹੀਂ ਆਪ 200 ਆ ਆਪ ਵੀ 200 ਬੱਚਾ ਹੈ ਨਹੀਂ ਉਹਨਾਂ ਦੇ ਕੋਲ ਤੁਸੀਂ ਆਮ ਦੇਖੋ ਬਹੁਤਿਆਂ ਦੇ ਤਾਂ ਬੱਚਾ ਹੈ ਹੀ ਨਹੀਂ ਜੇ ਹੈ ਤਾਂ ਇੱਕ ਆ ਜੀ ਅੱਛਾ ਇੱਕ ਹੁਣ 149 ਬੱਚੇ ਆ ਇੱਥੇ ਕੈਨੇਡਾ ਦੇ ਵਿੱਚ ਇਹਦਾ ਮਤਲਬ 200 ਜਿਹੜਾ ਬੰਦਾ ਤੇ ਔਰਤ ਆ ਮਤਲਬ 100 ਜੋੜਾ ਜਿਹੜਾ ਉਹ 100 ਜੋੜੇ ਮਗਰ ਅਸੀਂ 80 ਬੱਚੇ ਘੱਟ ਪ੍ਰੋਡਿਊਸ ਕਰਦੇ ਹਾਂ ਇਸ ਵੇਲੇ ਜੀ ਔਰ ਇਹ ਅੱਜ ਨਹੀਂ ਕਰਨ ਲੱਗੇ ਇਹਦਾ ਪਹਿਲਾਂ 60 ਸਾਲ ਪਹਿਲਾਂ ਤੁਸੀਂ ਕਹ ਲਓਗੇ 90 ਤੋਂ ਖਾਸ ਤੌਰ ਤੇ ਉਹਨਾਂ ਨੇ ਅਲਾਰਮ ਕਰਨਾ ਸ਼ੁਰੂ ਕੀਤਾ ਡੈਮੋਗ੍ਰਾਫਰਸ ਨੇ ਅੱਜ ਤੋਂ 90 ਤੋਂ ਕਿੰਨੇ ਹੋ ਗਏ 30-32 ਸਾਲ ਹੋ ਗਏ ਨਾ ਹਾਂਜੀ 32 ਸਾਲ ਇਹਨਾਂ ਦੀ ਸੁਰਤ ਹੀ ਨਹੀਂ ਆਈ ਇਹਨਾਂ ਨੂੰ ਇਮੀਗ੍ਰੇਸ਼ਨ ਦੇ ਵਿੱਚ 32 ਸਾਲ ਪਹਿਲਾਂ ਜਾਂ ਤਾਂ ਤੁਸੀਂ ਇਦਾਂ ਦੀਆਂ ਪਾਲਿਸੀਜ਼ ਕਰੋ ਜਿੱਦਾਂ ਕਿਊਬੈਕ ਵਾਲੇ ਕਰਨ ਲੱਗੇ ਸੀ ਉਹ ਕਾਮਯਾਬ ਤਾਂ ਨਹੀਂ ਹੋਏ ਉਹਨਾਂ ਨੇ ਪਾਲਿਸੀਜ਼ ਕੀਤੀ ਇੱਕ ਤਾਂ ਬੇਬੀ ਸਿਟਿੰਗ ਦਾ ਉਹਨਾਂ ਨੇ ਇੰਤਜ਼ਾਮ ਕੀਤਾ ਆ ਜਿਹੜਾ ਹੁਣ ਕਾਪੀ ਕਰਦੇ ਨਾ $10 ਬੇਬੀ ਸਿਟਰ ਦੇ ਹਾਂਜੀ ਫੈਡਰਲ ਸਰਕਾਰ ਵੀ ਕਰਦੀ ਹੈ ਉਹਨਾਂ ਨੇ ਕਿਹਾ ਵੀ ਲੋਕੀ ਤਾਂ ਕੰਮ ਕਰਨਗੇ ਜੇ ਉਹਨਾਂ ਦਾ ਬੇਬੀ ਸਿਟਿੰਗ ਹੋਵੇਗੀ ਤਾਂ ਬੇਬੀ ਸਿਟਿੰਗ ਵੀ ਚੀਪ ਹੋਵੇ ਇਦਾਂ ਨਾ ਹੋਵੇ ਤੁਸੀਂ ਜਿੰਨੇ ਅਰਨ ਕਰਨੇ ਉਨੇ ਬੇਬੀ ਸਿਟਰ ਲੈ ਜਾਵੇ ਤਾਂ ਬੇਬੀ ਸਿਟਿੰਗ ਉਹਨਾਂ ਨੇ ਸਬਸਿਡਾਈਜ਼ ਕੀਤੀ $10 ਦੀ ਕਰਤੀ ਅੱਛਾ ਦੂਸਰੀ ਗੱਲ ਹੈ ਸਾਡੇ ਬੱਚਿਆਂ ਨੂੰ ਇੱਥੇ ਹੀ ਪੈਸੇ ਮਿਲਦੇ ਵੈਸੇ ਫੈਡਰਲ ਸਰਕਾਰ ਵੀ ਦਿੰਦੀ ਹੈ ਹਾਂਜੀ ਪਰ ਕਿਊਬੈਕ ਵਾਲੇ ਹੋਰ ਪੈਸੇ ਦਿੰਦੇ ਆ ਜੇ ਤੁਹਾਡੇ ਜ਼ਿਆਦਾ ਬੱਚੇ ਆ ਉਹ ਜ਼ਿਆਦਾ ਪੈਸੇ ਦਿੰਦੇ ਆ 3 ਨੂੰ ਹੋ ਰਿਹਾ 4 ਨੂੰ ਹੋ ਰਿਹਾ 5 ਨੂੰ ਹੋ ਰਿਹਾ ਉਹ ਇਨਕਰੇਜ ਕਰਦੇ ਆ ਕਿ ਸਾਡੇ ਬੱਚੇ ਜ਼ਿਆਦਾ ਹੋਣ ਜੀ ਜੇ ਕਪਲਸ ਨੂੰ ਇਹ ਇਨਸੈਂਟਿਵ ਆ ਉਹਨਾਂ ਨੇ ਕੋਸ਼ਿਸ਼ ਕੀਤੀ ਉਹ ਇੰਨਾ ਕਾਮਯਾਬ ਨਹੀਂ ਹੋਏ ਜਿੰਨੇ ਹੋਣੇ ਚਾਹੀਦੇ ਸੀ ਕਿਉਂਕਿ ਅਜੇ ਵੀ ਉਹਨਾਂ ਨੂੰ ਇਮੀਗ੍ਰੇਸ਼ਨ ਦੀ ਲੋੜ ਹੈ ਡੈਮੋਗ੍ਰਾਫਰਸ ਅਜੇ ਵੀ ਉਹਨਾਂ ਨੂੰ ਦੱਸ ਰਿਹਾ ਵੀ ਤੁਹਾਡੇ ਦੀ ਪਾਪੂਲੇਸ਼ਨ ਠੀਕ ਹੈ ਮਤਲਬ ਜੇ ਤੁਸੀਂ ਨਿਊਫਾਊਂਡਲੈਂਡ ਨਾਲ ਜਾਂ ਅੰਟੇਰੀਓ ਨਾਲ ਕੰਪੇਅਰ ਕਰਦੇ ਆ ਤੁਹਾਡਾ ਜਿਹੜਾ
ਬਰਥ ਰੇਟ ਜ਼ਿਆਦਾ ਆ ਪਰ ਜਿੰਨਾ ਚਾਹੀਦਾ ਉਹਨਾਂ ਬਿਲਕੁਲ ਨਹੀਂ ਤੁਹਾਡੇ ਜੀ 230 ਬੱਚਿਆਂ ਤੋਂ 100 ਜਿਹੜਾ ਕਪਲ ਆ 230 ਤੋਂ ਜ਼ਿਆਦਾ ਚਾਹੀਦੇ ਤਾਂ ਹੀ ਵਧੂਗੀ ਇਹ ਆਵਾਜ਼ ਹਾਂਜੀ 230 ਦੇ ਨਾਲ ਬਰਾਬਰ ਰਹਿਣੇ ਆ ਹਾਂਜੀ ਤੇ ਇਹ ਇੱਥੇ ਸਾਡੇ ਕੱਲੇ ਕੈਨੇਡਾ ਦੇ ਵਿੱਚ ਨਹੀਂ ਯੂਐਸ ਦੇ ਵਿੱਚ ਵੀ ਇਹੀ ਆ ਇਹ ਸਾਰੇ ਵੈਸਟਰਨ ਯੂਰਪ ਦੇ ਵਿੱਚ ਵੀ ਇਹੀ ਆ ਈਵਨ ਤੁਸੀਂ ਦੇਖਿਓ ਕਿਸੇ ਜ਼ਮਾਨੇ ਦੇ ਵਿੱਚ ਤੁਸੀਂ ਪੰਜਾਬ 'ਚ ਇਹ ਗੱਲ ਕਰੋਗੇ ਹੁਣ ਵੀ ਗੱਲ ਕਰਕੇ ਦੇਖ ਲਓ ਪੰਜਾਬ ਦੀ ਆਬਾਦੀ ਨਹੀਂ ਵੱਧ ਰਹੀ ਚਾਹੇ ਉਹ ਹਿੰਦੂ ਆ ਚਾਹੇ ਸਿੱਖ ਆ ਜੇ ਹਿੰਦੂ ਪਾਪੂਲੇਸ਼ਨ ਦੀ ਹੁਣ ਲੋਕੀ ਕਹਿੰਦੇ ਰੌਲਾ ਪਾਉਂਦੇ ਨਾ ਕਈ ਕਿ 35 ਤੋਂ 39 ਹੋਵੇ ਹਾਂਜੀ ਪੰਜਾਬ ਦੇ ਹਿੰਦੂ ਨਹੀਂ 35 ਤੋਂ 39 ਹੋਏ ਉਹਨਾਂ ਦੇ ਵਿੱਚ ਉਹ ਹਿੰਦੂ ਆਏ ਆ ਜਿਹੜੇ ਬਾਹਰੋਂ ਆਏ ਆ ਜਿਹੜੇ ਯੂਪੀ ਤੋਂ ਆਏ ਆ ਬਿਹਾਰ ਤੋਂ ਆਏ ਆ ਝਾਰਖੰਡ ਤੋਂ ਆਏ ਛੱਤੀਸਗੜ੍ਹ ਤੋਂ ਆਏ ਆ ਬਾਕੀ ਸਟੇਟਸ ਤੋਂ ਜਿਹੜੇ ਆਏ ਆ ਬਾਕੀ ਸਟੇਟ ਤੋਂ ਲੇਬਰਰ ਦੇ ਤੌਰ ਤੇ ਆਏ ਆ ਜੀ ਤੇ ਉਹਦੇ ਵਿੱਚ ਸਿੱਖਾਂ ਦੀ ਪਾਪੂਲੇਸ਼ਨ ਘਟ ਰਹੀ ਆ ਕਿਉਂਕਿ ਬਾਹਰੋਂ ਸਿੱਖਾਂ ਦੀ ਪਾਪੂਲੇਸ਼ਨ ਨਹੀਂ ਆਉਂਦੀ ਹਾਂਜੀ ਫਿਰ ਤੁਸੀਂ ਦੇਖੋ ਪੰਜਾਬ ਦੇ ਵਿੱਚ ਅੱਗੇ 47 ਤੋਂ ਬਾਅਦ ਤਕਰੀਬਨ ਸਾਡੇ ਇਹ ਹੋ ਗਿਆ ਸੀ ਵੀ ਜਿੰਨੀ ਮੁਸਲਮਾਨ ਪੰਜਾਬੀ ਉੱਥੇ ਲਹਿੰਦੇ ਪੰਜਾਬ ਚਲ ਗਏ ਹਿੰਦੂ ਸਿੱਖ ਸਾਰੇ ਇੱਧਰ ਚੜ੍ਹਦੇ ਪੰਜਾਬ ਦੇ ਵਿੱਚ ਆ ਗਏ ਹੁਣ ਮੁਸਲਮਾਨਾਂ ਦੀ ਪਾਪੂਲੇਸ਼ਨ ਇਸ ਕਰਕੇ ਵਧੀ ਹੈ ਇਹ ਨਹੀਂ ਹੈ ਕਿ ਉਹਨਾਂ ਨੇ ਲਹਿੰਦੇ ਪੰਜਾਬ 'ਚੋਂ ਇੱਧਰ ਆਉਣਾ ਸ਼ੁਰੂ ਕੀਤਾ ਹੈ ਇਸ ਕਰਕੇ ਵਧੀ ਹੈ ਕਿ ਉੱਥੇ ਬਿਹਾਰੀ ਮੁਸਲਮਾਨ ਆਏ ਆ ਯੂਪੀ ਦੇ ਮੁਸਲਮਾਨ ਆਏ ਆ ਛੱਤੀਸਗੜ੍ਹ ਦੇ ਮੁਸਲਮਾਨ ਆਏ ਇਹ ਡੈਮੋਗ੍ਰਾਫਰਸ ਪਹਿਲਾਂ ਹੀ ਦੱਸ ਚੁੱਕੇ ਆ ਔਰ ਤੁਸੀਂ ਦੇਖਿਓ ਇਹਦਾ ਅਸਰ ਗਾਂ ਦੀ ਗਾਂ ਪੈਂਦਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਨੂੰ ਮੈਂ ਇੱਕ ਸਿੱਧਾ ਸਵਾਲ ਪੁੱਛਿਆ ਸੈਂਸਸ ਤੋਂ ਬਾਅਦ ਵੀ ਸਿੱਖਾਂ ਦੀ ਪਾਪੂਲੇਸ਼ਨ ਜਿਹੜੀ ਘਟਦੀ ਆ ਤੁਸੀਂ ਕੁਝ ਕਰਨਾ ਜਾਂ ਨਹੀਂ ਕਹਿੰਦਾ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ ਧਾਮੀ ਸਾਹਿਬ ਜਿਹੜੇ ਐਡਵੋਕੇਟ ਲਿਖਦੇ ਆ ਮੋਹਰੇ ਆਪਣੇ ਉਹ ਕਹਿ ਰਿਹਾ ਬੰਦਾ ਮੈਨੂੰ ਪਤਾ ਹੀ ਕੁਝ ਨਹੀਂ ਇਹ ਰਿਕਾਰਡਡ ਗੱਲ ਆ ਮੇਰੀ ਉਹਨਾਂ ਨੇ ਔਨ ਰੈਕੋਰਡ ਕਿਹਾ ਰੇਡੀਓ ਤੇ ਕਿਹਾ ਸਾਰਿਆਂ ਨੇ ਲੋਕਾਂ ਨੇ ਸੁਣਿਆ ਔਰ ਲੋਕੀ ਵੀ ਹੈਰਾਨ ਸੀ ਵੀ ਸਾਡੀ ਸਿੱਖ ਸੰਸਦ ਦਾ ਬੰਦਾ ਆ ਜਿਹੜੀ ਕਿ ਇੱਕ ਇਸ਼ੂ ਜਿਹੜੀ ਆਬਾਦੀ ਘਟ ਰਹੀ ਹੈ ਨਾ ਇੱਕ ਇਸ਼ੂ ਉਹਦੇ ਵਿੱਚ ਇਹ ਹੈ ਕਿ ਅਸੀਂ ਲੜਕੀਆਂ ਨੂੰ ਮਾਰਨ ਲੱਗੇ ਹਾਂ ਜੰਮਣ ਤੋਂ ਪਹਿਲਾਂ ਹੀ ਉਹਨਾਂ ਨੂੰ ਮਾਰ ਦਿੰਦੇ ਆ ਦੂਸਰੀ ਗੱਲ ਵੱਡੀ ਇਹ ਹੋਈ ਹੈ ਜਿਹਦੇ ਕੋਈ ਮੁੰਡਾ ਹੋ ਜਾਂਦਾ ਨਾ ਉਸ ਤੋਂ ਬਾਅਦ ਬੱਚਾ ਹੀ ਨਹੀਂ ਪੈਦਾ ਕਰਦੇ ਉਹਨਾਂ ਨੂੰ ਫਿਕਰ ਹੁੰਦਾ ਵੀ ਮੁੜ ਕੇ ਕੁੜੀ ਨਾ ਹੋ ਜਾਵੇ ਇਹ ਮਤਲਬ ਟ੍ਰੈਂਡ ਆ ਸਾਡੇ ਡੈਮੋਗ੍ਰਾਫੀ ਦੇ ਵਿੱਚ ਹਾਂਜੀ ਤੁਸੀਂ ਦੇਖੋਗੇ ਜਦੋਂ ਇੱਥੇ ਮੌਤ ਹੁੰਦੀ ਕਿਤੇ ਅਨਫੋਰਚੂਨਟਲੀ ਇੱਥੋਂ ਦੀਆਂ ਖਬਰਾਂ ਦੀਆਂ ਜਿੰਨੇ ਇੰਟਰਨੈਸ਼ਨਲ ਸਟੂਡੈਂਟ ਉਹਦੇ ਹਮੇਸ਼ਾ ਹੀ ਉਹਦਾ ਭਰੋਗੇ ਘਰਦਿਆਂ ਦਾ ਕੱਲਾ ਕੱਲਾ ਪੁੱਤ ਸੀ ਹਾਂਜੀ ਇਹ ਕਦੇ ਸੁਣਿਆ ਮਤਲਬ ਸਾਡੇ ਅਸੀਂ 3 ਭਰਾ ਆ ਸਾਡੇ ਬਾਪ ਹੋਣੀ 3 ਭਰਾ ਸੀ ਮਤਲਬ ਉਸ ਜ਼ਮਾਨੇ ਦੇ ਵਿੱਚ ਆਮ 4 5 6 7 8 ਏਦਾਂ ਹੁੰਦੇ ਸੀ ਬੱਚੇ ਹਾਂਜੀ ਹੁਣ ਕੱਲਾ ਔਰ ਕਈ ਕਪਲਸ ਇਦਾਂ ਦੇ ਵੀ ਆ ਜਿਹੜੇ ਨਹੀਂ ਚਾਹੁੰਦੇ ਕੋਈ ਵੀ ਇਹਦੇ ਵਿੱਚੋਂ ਹੁਣ ਲੇਬਰ ਜਿਹੜੀ ਕੰਮ ਤਾਂ ਮਸ਼ੀਨਾਂ ਨਹੀਂ ਕਰਨਾ ਹਾਂਜੀ ਮਸ਼ੀਨਾਂ ਹੈਗੀਆਂ ਉੱਥੇ ਪਰ ਉਹਨਾਂ ਨੂੰ ਆਪਰੇਟ ਕਰਨ ਲਈ ਤਾਂ ਬੰਦੇ ਹੀ ਚਾਹੀਦੇ ਆ ਜੀ ਬਿਲਕੁਲ ਕੈਨੇਡਾ ਵਰਗੀ ਇਕਨੋਮੀ ਆ ਜਿੱਥੇ ਸਾਡਾ ਬਹੁਤ ਮਸ਼ੀਨੀਕਰਨ ਹੈ ਪਰ ਇਹਦੇ ਵਿੱਚ ਹਿਊਮਨ ਰਿਸੋਰਸਸ ਜਿਹੜੇ ਪਾਉਣੇ ਪੈਣੇ ਆ ਉਹ ਤਾਂ ਇੱਥੋਂ ਦੇ ਚਾਹੀਦੇ ਆ ਪਿਛਲੇ ਹਫ਼ਤੇ ਮੇਰਾ ਖਿਆਲ ਇਹਨਾਂ ਨੇ ਪੀਸੀ ਫੈਰੀਜ਼ ਦਾ ਜਿਹੜਾ ਡਾਇਰੈਕਟਰ ਆ ਉਹਨੂੰ ਕੱਢਿਆ ਇਹਨਾਂ ਨੇ ਸੀਈਓ ਨੂੰ ਬਾਹਰ ਉਹਨੇ ਬਹੁਤ ਮੇਰੇ ਖਿਆਲ 100 ਤੋਂ ਵੱਧ ਜਿਹੜੀਆਂ ਕੈਂਸਲੇਸ਼ਨ ਹੋਈਆਂ ਸੀ ਜੀ ਉਹਨੂੰ ਇਸ ਕਰਕੇ ਕੱਢਿਆ ਵੀ ਕੈਂਸਲੇਸ਼ਨ ਬਹੁਤ ਜ਼ਿਆਦਾ ਵੀ ਇਹਨੇ ਰਿਸੋਰਸਸ ਜਿਹੜੇ ਹਿਊਮਨ ਰਿਸੋਰਸਸ ਪ੍ਰੋਪਰਲੀ ਮੈਨੇਜ ਨਹੀਂ ਕੀਤੇ ਹਾਂਜੀ ਮਿਸਮੈਨੇਜ ਵੀ ਜੇ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਉਹਨੂੰ ਵੀ ਬੰਦੇ ਆਉਂਦੇ ਨਹੀਂ ਮੈਂ ਹੋਰ ਹਾਇਰ ਕਰਾਂ ਜਾਂ ਕੋਈ ਹੋਰ ਇੰਤਜ਼ਾਮ ਕਰਾਂ ਜੀ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਅੱਛਾ ਉਹ ਚਲ ਗਿਆ ਤੇ ਹੁਣ ਜਿਹੜੀਆਂ ਫੈਰੀਜ਼ ਆ ਹੁਣ ਕਿਹੜੀਆਂ ਕੈਂਸਲ ਨਹੀਂ ਹੁੰਦੀਆਂ ਜੀ ਪ੍ਰੋਬਲਮ ਤਾਂ ਉੱਥੇ ਹੀ ਆ ਉਹਨੂੰ ਕੱਢ ਦਿੱਤਾ ਠੀਕ ਹੈ ਹੁਣ ਜਿਹੜਾ ਨਵਾਂ ਆਇਆ ਉਹਨੇ ਕਿਹੜਾ ਠੀਕ ਕਰ ਲੈਣਾ ਕਿਉਂਕਿ ਜਿੰਨਾ ਚਿਰ ਜੇ ਤੁਹਾਨੂੰ ਪਹਿਲਾਂ ਦਾ ਪਤਾ ਸੀ ਇਹ ਅੱਜ ਦੀ ਗੱਲ ਨਹੀਂ ਹੈ ਪੈਂਡੈਮਿਕ ਦੀ ਗੱਲ ਨਹੀਂ ਹੈ ਇਹਦਾ ਬਹਾਨਾ ਲਾਉਣਾ ਬੰਦ ਕਰੋ ਇਹ ਸਾਰੇ ਜਿਹੜੇ ਇਕਨੋਮਿਸਟ ਆ ਹੁਣ ਇਹਨਾਂ ਨੇ ਇਹੀ ਕਿਹਾ ਕਿ ਸਾਨੂੰ ਤਾਂ ਡੈਮੋਗ੍ਰਾਫਰ ਨੇ 60 ਸਾਲ 65 ਸਾਲ ਪਹਿਲਾਂ ਦੱਸਿਆ ਹੈ ਹਾਂਜੀ ਜੇ ਤੁਹਾਨੂੰ 65 ਸਾਲ ਗੱਲ ਪਹਿਲਾਂ ਦੱਸੀ ਹੋਵੇ ਕਿਸੇ ਨੇ ਉਹਦੇ ਤੇ ਤੁਸੀਂ ਅਮਲ ਨਹੀਂ ਕਰਦੇ ਤੇ ਫਿਰ ਕੋਈ ਗਲਤੀ ਲਈ ਕਿਹੜੀ ਬਹਾਨਾ ਲੱਭਦੇ ਫਿਰਦੇ ਆ ਡਾਕਟਰ ਸਾਹਿਬ ਕੋਈ ਐਕਸਕਿਊਜ਼ ਨਹੀਂ ਹੈ ਕਿਉਂਕਿ 60 65 ਸਾਲ ਬਹੁਤ ਹੁੰਦੇ ਆ
30 ਸਾਲ ਪਹਿਲਾਂ ਇਹਨਾਂ ਤੇ ਐਕਚੁਅਲੀ ਉਹਨਾਂ ਨੇ ਐਮਰਜੈਂਸੀ ਅਲਾਰਮ ਕੀਤਾ ਡੈਮੋਗ੍ਰਾਫਰਸ ਨੇ। ਤੁਸੀਂ ਆਰਟੀਕਲ ਪੜ੍ਹ ਕੇ ਦੇਖ ਲਓ ਉਹਨਾਂ ਦੇ। ਉਹਨਾਂ ਨੇ ਇਹ ਕਿਹਾ ਕਿ ਸਾਡੀ ਪਾਪੂਲੇਸ਼ਨ ਹੁਣ ਘਟਣ ਲੱਗ ਪਈ ਆ ਤੇ ਇਹਨੂੰ ਰਿਪਲੈਨਿਸ਼ ਕਰਨ ਲਈ ਨਾ ਜੇ ਅਸੀਂ ਇਮੀਗ੍ਰੇਸ਼ਨ ਜ਼ਿਆਦਾ ਨਹੀਂ ਕਰਦੇ, ਇਮੀਗ੍ਰੇਸ਼ਨ ਦੇ ਦੇਖੋ ਇੱਥੇ ਵੀ ਲੋਕੀ ਆਉਂਦੇ ਆ, ਸਟੂਡੈਂਟਸ ਆਉਂਦੇ ਆ, ਸਾਰਿਆਂ ਦੇ ਇੱਕ ਕ੍ਰਾਈਟੀਰੀਅਨ ਲਾਇਆ ਹੈ ਕਿ ਤੁਸੀਂ ਗ੍ਰੇਡ 12 ਕੀਤਾ ਹੋਵੇ, ਉੱਥੋਂ ਆਈਲੈਟ ਦਾ 6 ਬੈਂਡ ਹੋਵੇ। ਹਾਂਜੀ। ਇੱਥੇ ਆ ਕੇ 2 ਸਾਲ ਦਾ ਡਿਪਲੋਮਾ ਕਰਦੇ ਆ, 1 ਸਾਲ ਦੀ ਕੈਨੇਡੀਅਨ ਐਕਸਪੀਰੀਅੰਸ ਹੋ ਗਿਆ। ਅੱਛਾ, ਇਹਨਾਂ ਸਾਰੀਆਂ ਦੇ ਨਾਲ ਤੁਹਾਨੂੰ ਇਮੀਗ੍ਰੇਸ਼ਨ ਮਿਲਦੇ ਨੇ। ਉਸ ਤੋਂ ਬਾਅਦ ਫੇਰ ਤੁਸੀਂ ਜਾ ਕੇ ਇਮੀਗ੍ਰੇਸ਼ਨ ਕੰਸਲਟੈਂਟ ਦੇ ਤੁਰੇ ਫਿਰਦੇ ਆ, ਫੇਰ ਐਪਲੀਕੇਸ਼ਨ ਲਾਉਣੇ ਆ, ਫੇਰ ਲੋਕ ਰੋਲ ਕੇ ਰੱਖ ਦਿੰਦੇ ਬੰਦੇ ਨੂੰ ਜਦੋਂ ਤਾਈਂ ਇਹ PR ਦਿੰਦੇ ਆ। ਹਾਂਜੀ। ਉਹਨਾਂ ਬੰਦਿਆਂ ਦੇ ਇੰਨੇ ਪੈਸੇ ਲੱਗਦੇ ਆ, ਜਿਨ੍ਹਾਂ ਨੇ ਸਾਰਾ ਕ੍ਰਾਈਟੀਰੀਅਨ ਪੂਰਾ ਕਰਤਾ ਉਹਨਾਂ ਨੂੰ ਕਹੋ ਵੀ ਆਪਣਾ ਮੈਡੀਕਲ ਕਰਾਓ ਤਾਂ ਤੁਹਾਨੂੰ ਦੇਈਏ ਅਸੀਂ PR। ਹਾਂਜੀ। ਇਹਦੇ 'ਚ ਬਹੁਤੀ ਕੋਈ ਤੁਹਾਨੂੰ ਆਪਣੇ ਕਹਿੰਦੇ ਚੰਦਰ ਗ੍ਰਹਿ ਤੇ ਜਾਣ ਦੀ ਲੋੜ ਨਹੀਂ ਹੈ। ਡਾਕਟਰ ਸਾਹਿਬ ਕਾਫੀ ਜ਼ਿਆਦਾ ਲੰਬਾ ਪ੍ਰੋਸੈਸ ਬਣਾਇਆ ਹੋਇਆ। ਈਵਨ ਜਦੋਂ ਸਟੂਡੈਂਟ ਇੱਥੇ ਆਉਂਦੇ ਆ, ਆਇਲਸ ਕਲੀਅਰ ਕਰਕੇ ਆਉਂਦੇ ਆ, ਜਦੋਂ ਆਪਣੀ ਪੜ੍ਹਾਈ ਪੂਰੀ ਕਰ ਲੈਂਦੇ ਆ ਉਦੋਂ ਵੀ ਉਹਨਾਂ ਨੂੰ ਫਿਰ ਆਇਲਸ ਦਾ ਟੈਸਟ ਦੇਣਾ ਪੈਂਦਾ ਵਰਕ ਪਰਮਿਟ ਲੈਣ ਲਈ। ਜਦੋਂ ਵਰਕ ਪਰਮਿਟ ਉਹਨਾਂ ਦਾ ਪੂਰਾ ਹੋ ਜਾਂਦਾ, PR ਅਪਲਾਈ ਕਰਨਾ, ਉਹਨਾਂ ਨੂੰ ਫੇਰ ਦੇਣਾ ਪੈਂਦਾ ਆਇਲਸ ਦਾ ਐਗਜ਼ਾਮ। ਦੇਖੋ, ਜਿਹੜਾ ਬੰਦਾ ਆਇਲਸ ਉੱਥੋਂ ਪਾਸ ਕਰ ਗਿਆ 12 ਕਰਕੇ, ਹੁਣ ਉਹਨੂੰ ਇੱਥੇ ਆ ਗਿਆ, ਉਹਨੇ 2 ਸਾਲ ਦੀ ਐਜੂਕੇਸ਼ਨ ਕਰ ਲਈ, ਉਹਨੂੰ ਅੰਗਰੇਜ਼ੀ ਭੁੱਲੀ ਆ। ਇਹ ਮੈਨੂੰ ਦੱਸਣ ਵੀ ਅਸੀਂ ਅੰਗਰੇਜ਼ੀ ਭੁਲਾਉਣ ਲਈ ਕੀ ਕੰਮ ਕਰਦੇ ਆ, ਕਿਹੜੀ ਐਜੂਕੇਸ਼ਨ ਦਿੰਦੇ, ਉਹਨਾਂ ਨੂੰ ਅੰਗਰੇਜ਼ੀ ਭੁੱਲ ਗਏ ਇੱਥੇ। ਹਾਂਜੀ, ਹਰ ਵਾਰੀ ਉਹ ਦੇਣਾ ਹੀ ਪੈਂਦਾ ਐਗਜ਼ਾਮ। ਉਹਦੀ ਵੈਲਿਡਿਟੀ ਹੈਗੀ ਹੈ 2 ਸਾਲ ਦੀ। ਇੱਕ ਬੰਦਾ ਤਾਂ ਜਾ ਕੇ ਇਹਨਾਂ ਦੀ ਇਮੀਗ੍ਰੇਸ਼ਨ ਕਮੇਟੀ 'ਚ ਕਵੇ ਵੀ ਤੁਸੀਂ ਦੱਸੋ ਸਹੀ ਜਾਂ ਸਾਨੂੰ ਕਿ ਕਿਸੇ ਬੰਦੇ ਨੂੰ ਕੈਨੇਡਾ ਦੇ ਵਿੱਚ ਰਹਿੰਦੇ ਨੂੰ 3 ਸਾਲ ਹੋ ਗਏ, ਉਹਨੂੰ ਅੰਗਰੇਜ਼ੀ ਕਿੱਦਾਂ ਭੁੱਲ ਗਈ। ਹਾਂਜੀ। ਤੁਸੀਂ ਇਹ ਤੇ ਪੇਪਰ ਕਰੋ, ਇਹ ਤੇ ਐਕਸਪਰਟ ਕਰੋ ਵੀ ਇਹ ਬੰਦਾ ਫਿਰੋਜ਼ਪੁਰ ਬੈਠਾ 6 ਬੈਂਡ ਲੈ ਰਿਹਾ, ਇੱਥੇ ਆ ਕੇ ਇਹਨੂੰ ਅੰਗਰੇਜ਼ੀ ਭੁੱਲ ਗਿਆ। ਅਸੀਂ ਫੇਰ ਕਹਿ ਰਹੇ ਹਾਂ ਕਿ ਤੂੰ ਦੁਬਾਰਾ ਕਰ। ਆਇਲਟਸ ਵਾਲਿਆਂ ਨੇ ਇਹਨਾਂ ਤੋਂ ਪੈਸੇ ਬਣਾਉਣ ਲਈ ਲੌਬੀ ਕੀਤੀ ਹੋਈ ਹੈ। ਹਾਂਜੀ। ਜੇ ਤੁਸੀਂ ਰਿਸ਼ਵਤ ਖਾਂਦੇ ਆ ਤਾਂ ਫੇਰ ਤੁਸੀਂ ਲੋਕਾਂ ਨੂੰ ਤੰਗ ਕਰਦੇ ਆ, ਫੇਰ ਰੌਲਾ ਪਾਉਂਦੇ ਆ ਸ਼ਾਰਟੇਜ ਹੋ ਗਈ। ਹਾਂਜੀ। ਇਸ ਸਮੇਂ ਤੁਸੀਂ ਸੁਣ ਰਹੇ ਹੋ ਰੇਡੀਓ ਇੰਡੀਆ KRPA 1110 AM। ਡਾਕਟਰ ਸਾਹਿਬ, ਹੁਣ ਗੱਲ ਕਰਦੇ ਹੈਗੇ ਆ ਆਪਾਂ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਦੀ। ਤੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਦੇ ਵਿੱਚ ਚਰਚ ਵੱਲੋਂ ਨਿਭਾਈ ਗਈ ਭੂਮਿਕਾ ਕਰਕੇ ਤੇ ਪੋਪ ਨੇ ਹੁਣ ਮਾਫੀ ਮੰਗੀ ਆ। ਤੁਸੀਂ ਉਹਨਾਂ ਦੀ ਮਾਫੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਮਾਫੀ ਮੰਗਣ ਤੋਂ ਬਾਅਦ ਹਾਲਾਤ ਸੁਧਰ ਜਾਣਗੇ? ਦੇਖੋ, ਜਿੱਦਾਂ ਤੁਸੀਂ ਗੱਲ ਕਰਦੇ ਆ, ਅਸੀਂ PR ਦੇ ਤੌਰ ਤੇ ਤਾਂ ਮਾਫੀ ਠੀਕ ਲੱਗਦੀ ਹੈ ਕਿ ਉਹਨਾਂ ਨੇ ਬੜੇ ਦਿਲੋਂ ਕਿਹਾ ਕਿ ਅਸੀਂ ਗਲਤੀ ਕੀਤੀ ਆ, ਅਸੀਂ ਪਹਿਲਾਂ ਵੀ ਗਲਤੀ ਕੀਤੀ ਆ, ਹੁਣ ਵੀ ਅਸੀਂ ਮਾਫੀ ਚਾਹੁੰਦੇ ਹਾਂ ਤੁਹਾਡੇ ਤੋਂ। ਤੇ ਇਹ ਸਾਰੀ ਟੈਕਸਟ ਪੜ੍ਹੋ ਤਾਂ ਉਹ ਇਦਾਂ ਲੱਗਦਾ ਵੀ ਇਹਨਾਂ ਨੇ ਜਿੱਦਾਂ ਦੁੱਖ ਭਰੀ ਚਿੱਠੀ ਲਿਖੀ ਹੁੰਦੀ ਨਾ। ਹਾਂਜੀ। ਤੇ ਉਹਦੇ ਵਿੱਚ ਇੱਕ ਗੱਲ ਮਿਸ ਹੈ ਕਿ ਸਮਝਣ ਵਾਲੀ ਲੋੜ ਹੈ ਵੀ ਇਹਨਾਂ ਲੋਕਾਂ ਤੇ ਤਸ਼ੱਦਦ ਕਿਉਂ ਹੋਇਆ। ਜੀ। ਹੁਣ ਸਭ ਤੋਂ ਪਹਿਲਾਂ ਤਾਂ 1494 ਦੀ ਤਾਂ ਚੱਲ ਜਾਂਦੇ ਅਸੀਂ ਬੈਕ ਟੂ। ਉਦੋਂ ਪੋਪ ਨੇ ਇੱਕ ਡੈਕਲੇਰੇਸ਼ਨ ਕੀਤਾ। ਸਪੇਨ ਤੇ ਪੋਰਚੁਗਲ ਉਸ ਵੇਲੇ ਦੀਆਂ ਬਸਤੀਵਾਦੀ ਪਾਵਰ ਸੀ। ਇੰਗਲੈਂਡ ਤੇ ਫਰਾਂਸ ਵਾਲੇ ਤਾਂ ਬਾਅਦ ਚ ਆਏ ਨਾ। ਪਹਿਲਾਂ ਪੋਰਚੁਗਲ ਵਾਲੇ, ਇਹ ਇੰਡੀਆ ਵੀ ਵੈਸੇ ਪੋਰਚੁਗਲ ਵਾਲੇ ਗਏ ਸੀ। ਇਹਨਾਂ ਨੇ ਗੋਆ ਦੇ ਵਿੱਚ ਗਏ, ਪੂਰਾ ਇਹਨਾਂ ਤੋਂ ਕੰਟਰੋਲ ਨਹੀਂ ਹੋਇਆ ਜਿਸ ਤਰੀਕੇ ਨਾਲ ਬ੍ਰਿਟਿਸ਼ ਇੰਡੀਆ ਕੰਪਨੀ ਨੇ ਕੀਤਾ, ਈਸਟ ਇੰਡੀਆ ਕੰਪਨੀ ਜਿਹਨੂੰ ਕਹਿੰਦੇ ਸੀ। ਉਹਦੇ ਵਿੱਚ ਇੱਕ ਥਿਊਰੀ, ਜਿੱਦਾਂ ਅਸੀਂ ਕਹਿੰਦੇ 4 ਵਰਨਾ ਆ, 4 ਸਾਡੇ ਜ਼ਾਤਾਂ ਆ। ਹਾਂਜੀ। ਇਹਨਾਂ ਨੇ ਵੀ 4 ਕਿਸਮ ਦੀਆਂ ਕੈਟਾਗਰੀਜ਼ ਡਿਵੈਲਪ ਕੀਤੀਆਂ ਇੰਟਰਨੈਸ਼ਨਲੀ, ਅੰਤਰਰਾਸ਼ਟਰੀ ਤੌਰ ਤੇ। ਪਹਿਲੇ ਤੇ ਤਾਂ ਉਹ ਜਿਹੜੇ ਉੱਤਮ ਆ ਸਭ ਤੋਂ, ਜਿਨ੍ਹਾਂ ਨੇ ਬਹਿਸ 'ਚ ਜਾਣਾ, ਉਹ ਹੈ ਕ੍ਰਿਸਚੀਅਨ। ਜਿੰਨਾ ਚਿਰ ਕੋਈ ਕ੍ਰਿਸਚੀਅਨ ਨਹੀਂ ਬਣਦਾ ਉਹ ਸਿਵਲਾਈਜ਼ ਨਹੀਂ, ਉਹ ਸੱਭਿਅਕ ਨਹੀਂ ਹੈ। ਤਾਂ ਕ੍ਰਿਸਚੀਅਨਾਂ ਦੇ ਵਿੱਚ ਵੀ ਕੈਥਲਿਕ ਹੋਣਾ ਚਾਹੀਦਾ। ਉਸ ਵੇਲੇ ਖੈਰ ਹੁੰਦੇ ਹੀ ਕੈਥਲਿਕ ਸੀ। ਤੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਕੈਟਾਗਰੀ ਇਹਨੂੰ ਕਹਿੰਦੇ ਆ ਚਿਲਡਰਨ ਆਫ ਐਬਰਾਹਿਮ ਦੇ ਬੱਚੇ, ਜਿਨ੍ਹਾਂ ਦੇ ਵਿੱਚ ਯਹੂਦੀ ਵੀ ਆਉਂਦੇ ਆ ਤੇ ਮੁਸਲਮਾਨ ਵੀ ਆਉਂਦੇ ਆ। ਇਹ ਐਬਰਾਹਿਮ ਦੇ ਧਰਮ ਹੈ। ਇਹਨਾਂ ਦੇ ਵਿੱਚ ਇਹ ਗਲਤੀ ਆ ਵੀ ਇਹ ਕ੍ਰਿਸਚੀਅਨ ਜੇ ਬਣ ਜਾਣ ਤਾਂ ਠੀਕ ਹੋ ਜਾਣਗੇ,
मतलब ਸਹਿ ਤਾਂ ਸਾਡੇ ਲਾਗੇ ਛਾਗੇ ਹੀ ਚਾਚੇ ਦੇ ਪੁੱਤ ਹੀ ਆ, ਹਾਂਜੀ ਪਰ ਸਾਡੇ ਫੈਮਿਲੀ 'ਚ ਇਹ ਸ਼ਾਮਲ ਹੋਣ ਤਾਂ ਫਿਰ ਇਹ ਵੀ ਬਹਿਸ਼ਤ ਜਾਣਗੇ। ਤੀਸਰੀ ਕੈਟਾਗਰੀ ਹੈਗੀ ਹੈ ਜਿੱਦਾਂ ਅਸੀਂ ਆ, ਸਿੱਖ ਆ, ਹਿੰਦੂ ਆ, ਬੋਧੀ ਆ, ਜੈਨੀ ਆ। ਉਹ ਕੈਟਾਗਰੀ ਹੈਗੀ ਆ ਵੀ ਇਹ ਬੰਦੇ ਅਜੇ ਤਾਈਂ ਜਿਹੜੇ ਆ ਧਾਰਮਿਕ ਤੌਰ ਤੇ ਠੀਕ ਨਹੀਂ ਹੈ, ਇਹ ਗਲਤ ਰਾਹ ਤੇ ਤੁਰੇ ਫਿਰਦੇ ਆ। ਹੈ ਤਾਂ ਇਹਨਾਂ ਦੇ ਕੋਲ ਵੀ ਧਰਮ ਆ, ਪਰ ਇਹਨਾਂ ਦਾ ਧਰਮ ਇਹਨਾਂ ਨੂੰ ਗਲਤ ਰਾਹ ਤੇ ਲਈ ਫਿਰਦਾ, ਤੇ ਉਹਨਾਂ ਨੂੰ ਦਿਖਾਲਣ ਦੀ ਲੋੜ ਆ ਕ੍ਰਿਸਚੀਅਨ ਪਾਥ। ਚੌਥੀ ਕੈਟਾਗਰੀ ਸੀਗੀ ਜਿਹੜੀ ਜਿੱਦਾਂ ਨੇਟਿਵ ਇੰਡੀਅਨਸ ਦੇ ਇਹਨਾਂ ਨੇ ਇੱਥੇ ਲਾਈ ਹੈ, ਇੱਥੇ ਹੀ ਨਹੀਂ ਲਾਈ, ਸਾਊਥ ਅਮਰੀਕਾ ਦੇ ਵਿੱਚ, ਕੈਰੀਬੀਅਨ ਦੇ ਵਿੱਚ, ਕਿ ਇਹ ਲੋਕਾਂ ਨੂੰ ਕਹਿਣਾ ਕਿ ਇਹ ਤਾਂ ਐਕਚੁਅਲੀ ਇਨਸਾਨ ਹੀ ਨਹੀਂ, ਟੈਰਾ ਲਈ ਕਹਿੰਦੇ ਹੁੰਦੇ, ਜਿੱਥੇ ਇਹ ਲੋਕ ਰਹਿੰਦੇ ਆ ਉਹ ਖਾਲੀ ਜਗ੍ਹਾ ਆ ਸਮਝੋ। ਇਹਨਾਂ ਲੋਕਾਂ ਨੂੰ ਤੁਸੀਂ ਪਸ਼ੂਆਂ ਦੇ ਬਰਾਬਰ ਸਮਝੋ। ਤਾਂ ਹੀ ਉਹਨਾਂ ਤੇ ਇੰਨਾ ਤਸ਼ੱਦਦ ਕਰਦੇ ਸੀ। ਹੁਣ ਪਸ਼ੂਆਂ ਨੂੰ ਬੰਦੇ ਬਣਾਉਣਾ ਦੱਸੋ ਬੜਾ ਮੁਸ਼ਕਲ ਹੈ। ਬੰਦੇ ਕਿੱਦਾਂ ਬਣਨਗੇ ਜੇ ਉਹ ਜੀਸਸ ਕ੍ਰਾਈਸਟ ਨੂੰ ਫਾਲੋ ਕਰਨਗੇ। ਜੇ ਨਹੀਂ ਕਰਦੇ ਤਾਂ ਉਹਨਾਂ ਨੂੰ ਡੰਡੇ ਮਾਰੇ ਚਾਹੀਦੇ। ਜੋ ਵੀ ਤਸ਼ੱਦਦ ਕਰਨਾ ਉਹ ਠੀਕ ਆ, ਕਿਉਂਕਿ ਇਹਨਾਂ ਲੋਕਾਂ ਨੂੰ, ਇਹ ਅਸੱਭਿਅਕ ਲੋਕੀ ਆ ਬਿਲਕੁਲ, ਇਹਨਾਂ ਨੂੰ ਸੱਭਿਅਕ ਕਿੱਦਾਂ ਬਣਾਉਣਾ। ਫਿਰ ਇੱਥੇ ਉਹਦੇ ਪ੍ਰਭਾਵ ਦੇ ਵਿੱਚ ਹੀ, ਉਸ ਪਾਲਿਸੀ ਦੇ ਪ੍ਰਭਾਵ ਦੇ ਵਿੱਚ ਜਿਹੜਾ ਪਹਿਲਾ ਐਕਟ ਬਣਾਇਆ ਹੈ ਨਾ ਕੈਨੇਡਾ ਦੇ ਵਿੱਚ, ਗ੍ਰੈਜੂਅਲ ਸਿਵਲਾਈਜੇਸ਼ਨ ਐਕਟ ਕਹਿੰਦੇ ਉਹਨੂੰ, ਜਿਹੜਾ ਕਿ ਇਵੈਂਚੁਅਲੀ ਜਿਹੜਾ ਇੰਡੀਅਨ ਐਕਟ ਬਣਿਆ ਆ, ਉਹ ਤੋਂ ਪਹਿਲਾਂ ਜਿਹੜਾ ਐਕਟ ਹੁੰਦਾ ਸੀ ਉਹਦੀਆਂ ਪ੍ਰੋਵੀਜ਼ਨ ਇਹਦੇ ਵਿੱਚ ਵੀ ਆ। ਗ੍ਰੈਜੂਅਲ ਸਿਵਲਾਈਜੇਸ਼ਨ ਐਕਟ ਦੀਆਂ ਇੰਡੀਅਨ ਐਕਟ ਦੇ ਵਿੱਚ ਵੀ ਆ ਸਾਰੀਆਂ ਪ੍ਰੋਵੀਜ਼ਨਸ। ਹੁਣ ਉਹ ਜਿਹੜਾ ਇੰਡੀਅਨ ਐਕਟ ਆ ਉਹਦੇ ਵਿੱਚ ਹੀ ਤਸ਼ੱਦਦ ਕੀਤਾ ਗਿਆ। ਉਹ ਕਿੱਦਾਂ ਕੀਤਾ ਗਿਆ? ਇੱਥੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੇ ਵਿੱਚ ਜਿੰਨੀ RCMP ਟ੍ਰੇਨ ਕੀਤੀ ਆ, ਪਹਿਲਾਂ ਜਿਹਨੂੰ ਨਾਰਥ ਵੈਸਟ ਫਰੰਟੀਅਰ ਪੁਲਿਸ ਕਹਿੰਦੇ ਹੁੰਦੇ ਸੀ, ਇਹ ਸਿਰਫ ਤੇ ਸਿਰਫ ਨੇਟਿਵ ਲੋਕਾਂ ਦੀਆਂ ਅਪਰਾਈਜ਼ਿੰਗ ਨੂੰ ਦਬਾਉਣ ਲਈ ਕੀਤੀ ਗਈ ਸੀ। ਇੱਕ ਪੈਰਾਮਿਲਟਰੀ ਫੋਰਸ ਹੈ ਜਿੱਦਾਂ BSF ਹੈ ਸਾਡੇ, CRPF। ਇਹ ਜਿਹੜੀ RCMP ਆ, ਇਟਸ ਨਾਟ ਅ ਸਿਟੀ ਪੁਲਿਸ, ਐਕਚੁਅਲੀ ਪੈਰਾਮਿਲਟਰੀ ਫੋਰਸ ਹੈ। ਪੈਰਾਮਿਲਟਰੀ ਫੋਰਸ ਦੇ ਤੌਰ ਤੇ ਆਰਗੇਨਾਈਜ਼ ਆ। ਪਹਿਲਾਂ ਇਹ 'ਚ ਕਮਿਸ਼ਨਡ ਆਫੀਸਰ ਸਿੱਧੇ ਵੀ ਆਉਂਦੇ ਹੁੰਦੇ ਸੀ, ਹੁਣ ਆਉਂਦੇ ਆ, ਹੁਣ ਬਣਦੇ ਆ ਕਮਿਸ਼ਨਡ ਆਫੀਸਰ ਰੈਂਕਸ ਤੋਂ ਵਿੱਚੋਂ ਜਾ ਕੇ, ਜਿਹੜੇ ਕਮਿਸ਼ਨਰ ਬਣਦੇ ਆ, ਸੁਪਰਡੈਂਟੈਂਟ ਆਫ ਪੁਲਿਸ ਹੁੰਦੇ ਆ, ਉਹ ਉੱਥੋਂ ਸ਼ੁਰੂ ਹੁੰਦਾ ਇਹਨਾਂ ਦਾ ਕਮਿਸ਼ਨ ਰੈਂਕ। ਹੁਣ ਉਹਨਾਂ ਤੋਂ ਫਿਰ ਬੱਚੇ ਖੋਏ, ਕਿਉਂਕਿ ਜਿਹੜੇ ਬੰਦੇ ਬਾਰਬੇਰੀਅਨਸ ਆ, ਉਹ ਤਾਂ ਬਾਰਬੇਰੀਅਨ ਉਹਨਾਂ ਚਿਰ ਰਹਿਣੇ ਆ ਜਿੰਨਾ ਚਿਰ ਉਹਨੂੰ ਤੁਸੀਂ ਇੰਗਲਿਸ਼ ਨਹੀਂ ਸਿਖਾਲਦੇ, ਫ੍ਰੈਂਚ ਨਹੀਂ ਸਿਖਾਲਦੇ। ਜਿਹੜੇ ਕਿ ਰੱਬ ਦੇ ਬੰਦੇ ਨਹੀਂ ਬਣ, ਰੱਬ ਦੇ ਬੰਦੇ ਤੁਸੀਂ ਤਾਂ ਹੀ ਬਣ ਸਕਦੇ ਆ ਜੇ ਤੁਸੀਂ ਕ੍ਰਿਸਚੀਅਨ ਬਣੋ, ਇਹਨਾਂ ਦੇ ਹਿਸਾਬ ਨਾਲ, ਇਹਨਾਂ ਦੇ ਹਿਸਾਬ ਦੇ ਨਾਲ, ਪੋਪ ਦੇ ਹਿਸਾਬ ਦੇ ਨਾਲ, ਜਿਹੜੀ ਇਹਨਾਂ ਦੀ ਥਿਊਰੀ ਚੱਲਦੀ ਆ ਰਹੀ ਹੈ, ਜਿਹੜੀ ਸਾਡੀ ਸਟੇਟ ਨੇ ਫਾਲੋ ਕੀਤੀ। ਅੱਛਾ, ਸਾਡੀ ਸਟੇਟ ਨੇ ਇੱਕ ਐਗਜ਼ਾਮਪਲ ਹੋਰ ਦੇ ਦਿੱਤੀ, ਜਿਹੜਾ ਸਾਊਥ ਅਫਰੀਕਾ ਦੇ ਵਿੱਚ ਬਾਅਦ ਚ ਅਪਾਰਥਾਈਡ ਸਿਸਟਮ ਬਣਾਇਆ ਉਹਨਾਂ ਨੇ। ਉਹ ਪਹਿਲਾਂ ਇੱਥੇ ਵਿਜ਼ਿਟ ਕਰਨ ਆਏ ਸੀ ਕੈਨੇਡਾ ਦੇ ਵਿੱਚ, ਸਾਊਥ ਅਫਰੀਕਾ ਤੋਂ। ਉਹਨਾਂ ਨੇ ਦੇਖਿਆ ਵੀ ਕੈਨੇਡਾ ਵਾਲੇ ਤਾਂ ਬੜੇ ਸਮਾਰਟ ਆ, ਇਹਨਾਂ ਨੇ ਰਿਜ਼ਰਵ ਸਿਸਟਮ ਜਿਹੜਾ ਬਣਾਇਆ ਸੀ, ਨੇਟਿਵ ਲੋਕਾਂ ਨੂੰ ਉੱਥੇ ਵਾੜਿਆ ਜਿਹਦੀ ਬਹੁਤ ਘਟੀਆ ਲੈਂਡ ਹੁੰਦੀ ਸੀ। ਜੇ ਉੱਥੇ ਕਿਤੇ ਆਇਲ ਲੱਭ ਪਿਆ, ਫਲਾਨੀ ਚ ਕੋਈ ਵੀ ਖਣਿਜ ਪਦਾਰਥ ਲੱਭ ਪੈਂਦਾ ਸੀ, ਇਹ ਉਹਨਾਂ ਨੂੰ ਮੂਵ ਕਰ ਦਿੰਦੇ ਹੁੰਦੇ ਸੀ। ਤੇ ਉੱਥੇ ਜਿਹੜੇ ਬੰਦੇ ਰਹਿੰਦੇ ਰਿਜ਼ਰਵ ਤੇ, ਉਹਨਾਂ ਨੂੰ ਬਾਹਰ ਨਹੀਂ ਜਾ ਸਕਦੇ ਸੀ, ਬਾਹਰ ਜਾ ਸਕਦੇ ਸੀ ਇੱਕ ਫੈਡਰਲ ਆਫੀਸਰ ਉੱਥੇ ਇੰਸਟਾਲਡ ਕੀਤਾ ਹੁੰਦਾ ਸੀ। ਉਸ ਫੈਡਰਲ ਅਫਸਰ ਦੇ ਜੇ ਆਜ਼ਾਦ ਦਿੱਤੀ ਤਾਂ ਇਹ ਬਾਹਰ ਜਾ ਸਕਦੇ, ਨਹੀਂ ਤਾਂ ਜਾ ਨਹੀਂ ਸਕਦੇ। ਇਸ ਤਰ੍ਹਾਂ ਤਰੀਕੇ ਨਾਲ ਉਹ ਕੰਟਰੋਲ ਕਰਦੇ ਹੁੰਦੇ ਸੀ। ਹੁਣ ਉਹ ਪਾਵਰ ਤਾਂ ਨਹੀਂ, ਹੁਣ ਉਹ ਜਿਹੜਾ ਆਫੀਸਰ ਆ ਉਹ ਬੰਦ ਕਰਤਾ। ਹੁਣ ਬੈਂਡ ਕੌਂਸਲ ਜਿਹੜੀਆਂ ਉਹ ਉਸੇ ਤਰ੍ਹਾਂ ਚੱਲ ਰਹੀਆਂ। ਇਹਨਾਂ ਨੇ ਬੈਂਡ ਕੌਂਸਲ ਲਾਈਆਂ ਆ, ਜਿੱਥੇ ਜੋ ਕੁਝ ਹੁੰਦਾ ਆ ਉਹ ਜਿਹੜੇ ਕੌਂਸਲ ਦੇ ਮੋਹਰੀ ਆ ਉਹ ਤਾਂ ਕਰਦੇ ਆ, ਗੁਲਛਰੇਡ ਆਉਂਦੇ ਆ, ਤੇ ਜਿਹੜੇ ਬਾਕੀ ਦੀ ਪਾਪੂਲੇਸ਼ਨ ਆ ਉਹਨਾਂ ਨੂੰ ਕੱਖ ਨਹੀਂ ਮਿਲਦਾ, ਕਿਉਂਕਿ ਪੈਸੇ ਜਿਹੜੇ ਆ ਉਹ ਬੈਂਡ ਨੂੰ ਮਿਲਦੇ ਆ। ਅੱਜ ਤਾਈਂ ਹੁਣ ਇੱਕ ਵਾਰ ਥੋੜੇ ਸਮੇਂ ਲਈ ਫੈਡਰਲ ਸਰਕਾਰ ਨੇ ਇਹਨਾਂ ਨੂੰ ਆਡਿਟਿੰਗ ਕਰਨੀ ਸ਼ੁਰੂ ਕੀਤੀ ਸੀ। ਆਡਿਟਿੰਗ ਮਤਲਬ ਹੈ ਕਿ ਜਦੋਂ ਵੀ ਸਰਕਾਰ ਦਾ ਪੈਸਾ ਖਰਚਦੇ ਆ, ਉੱਥੇ ਦੇ ਜਾ ਉਹ ਫਿਰ ਤੁਹਾਡੇ ਤੋਂ ਅਕਾਊਂਟੈਂਟਸ ਭੇਜਦੇ ਆ ਗਵਰਨਮੈਂਟ ਦੇ, ਵੀ ਦੇਖੋ ਤਾਂ ਕਰੋ ਤਾਂ ਇਹਨਾਂ ਨੂੰ ਚੈੱਕ ਵੀ ਇਹਨਾਂ ਨੇ ਉਹੀ ਕੰਮ ਕੀਤਾ ਜਿਹਦੇ ਲਈ ਪੈਸੇ ਆਏ ਸੀ। ਹਾਂਜੀ।
ਅੱਛਾ, ਜਿਹੜੇ ਚੀਫ ਆ ਬੈਠੇ ਕੌਂਸਲ ਦੇ ਬੈਂਡ ਕੰਟਰੋਲ ਕਰਕੇ ਬੈਠੇ, ਜਿਨ੍ਹਾਂ ਦੇ ਸਰਪੰਚ ਤਾਂ ਪੰਚ ਬੈਠੇ ਜਿਹੜੇ ਇਹਨਾਂ ਦੇ, ਹਾਂਜੀ, ਉਹ ਕਦੇ ਇਹ ਨਹੀਂ ਚਾਹੁੰਦੇ ਕਿ ਸਾਡੇ ਤੇ ਕੋਈ ਆਡਿਟਿੰਗ ਕੀਤੀ ਜਾਵੇ, ਕਿਉਂਕਿ ਆਪ ਤਾਂ ਹੈਲੀਕਾਪਟਰਾਂ 'ਚ ਘੁੰਮਦੇ ਆ। ਹਾਂਜੀ, ਤਾਂ ਜਿਹੜੇ ਦੂਜੇ ਬੰਦੇ ਆ ਉਹਨਾਂ ਨੂੰ ਪਾਣੀ ਪੀਣ ਵਾਲਾ ਪਾਣੀ ਹੈ ਨਹੀਂ। ਜੀ, ਜਿਹੜੇ ਗਰੀਬ ਬੰਦੇ ਇਹਨਾਂ ਦੇ ਰਿਜ਼ਰਵ ਦੇ ਵਿੱਚ ਰਹਿੰਦੇ ਆ, ਅੱਜ ਵੀ ਜਿੱਦਾਂ 26 ਜੁਲਾਈ ਨੂੰ ਉਹਨਾਂ ਦੇ ਕੋਲ ਪੀਣ ਵਾਲਾ ਪਾਣੀ ਹੈ ਨਹੀਂ ਜੀ। ਇਹ ਕੈਨੇਡਾ ਆ, ਬਹੁਤ ਵਧੀਆ ਮੁਲਕ ਜਿਹੜਾ। ਤਾਂ ਜਿਹੜਾ ਬੰਦਾ 2014 ਚ ਕਹਿੰਦਾ ਸੀ ਮੈਂ ਪੀਣ ਵਾਲਾ ਪਾਣੀ ਤੁਹਾਨੂੰ ਲਿਆ ਕੇ ਦਊਂਗਾ, ਜਗਮੀਤ ਸਿੰਘ ਉੱਥੇ ontario ਦੇ ਵਿੱਚ ਰਿਜ਼ਰਵ ਤੇ ਜਾ ਕੇ ਆਏ, ਹੁਣ ਇਹਨੂੰ ਖਾਲੀ ਚੈੱਕ ਦੇ ਕੇ ਆਇਆ ਜਸਟਿਨ ਟਰੂਡੋ ਨੇ, ਹੁਣ ਉਹਨਾਂ ਦੇ ਪਾਣੀ ਪੀਣ ਵਾਲਾ ਚਲ ਗਿਆ, ਹੁਣ ਕਦੇ ਨਹੀਂ ਗਿਆ, ਇਲੈਕਸ਼ਨ ਵੇਲੇ ਫੇਰ ਜਾ ਕੇ ਬੈਠੂਗਾ ਉੱਥੇ। ਹਾਂਜੀ। ਅੱਛਾ, ਜੋ ਕੁਝ ਵੀ ਹੋ ਰਿਹਾ ਅੱਜ ਵੀ ਇਹਨਾਂ ਦੇ ਵਿੱਚ, ਚਾਹੇ ਹੁਣ ਫਿਰ ਉਸ ਤੋਂ ਬਾਅਦ ਆਡਿਟਿੰਗ ਬੰਦ ਕਰਾਈ ਇਹਨਾਂ ਨੇ ਚੀਫਸ ਨੇ ਕਿ ਆਡਿਟਿੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਨੂੰ ਪੈਸੇ ਮਿਲਦੇ ਆ, ਅਸੀਂ ਜਿੱਦਾਂ ਮਰਜ਼ੀ ਖਰਚੀਏ। ਉਹਨਾਂ ਨੇ ਤੇ ਡਾਕਟਰ ਸਾਹਿਬ ਬੰਦ ਕਰਵਾਉਣੀ ਸੀ ਕਿਉਂਕਿ ਫਿਰ ਉਹਨਾਂ ਦਾ ਜਿਹੜਾ ਸਾਰਾ ਚਿੱਠਾ ਸਾਹਮਣੇ ਆ ਜਾਣਾ ਸੀ। ਉਹਨਾਂ ਦਾ ਚਿੱਠਾ ਸਾਹਮਣੇ ਆਉਂਦਾ, ਹੁਣ ਉਹ ਤੋਂ ਲੁਕੋ ਕਰਨ ਲਈ, ਆਪਣੀ ਐਸ਼ੋ ਆਰਾਮ ਲਈ ਇਹਨਾਂ ਨੇ ਆਡਿਟਿੰਗ ਬੰਦ ਕਰਾਤੀ। ਖਾਸ ਤੌਰ ਤੇ ਜਸਟਿਨ ਟਰੂਡੋ ਨੇ ਉਹਨਾਂ ਦੇ ਨਾਲ, ਇਹਦਾ ਮਤਲਬ ਉਹਦਾ ਆ ਕਿ ਜੇ ਬੰਦੇ ਸਾਡੇ ਨਾਲ ਹੱਥ ਮਿਲਾਉਂਦੇ ਆ, ਥੱਲੇ ਵਾਲਿਆਂ ਦਾ ਕੀ ਹੁੰਦਾ ਕੀ ਨਹੀਂ ਹੁੰਦਾ ਇਹਦੀ ਕੋਈ ਪਰਵਾਹ ਨਹੀਂ। ਸਾਨੂੰ ਤਾਂ ਆਹ ਬੰਦੇ ਚਾਰ ਚਾਹੀਦੇ ਜਿਹੜੇ ਜਿੱਦਾਂ ਪੋਪ ਬੈਠਾ ਸੀ ਅਪੋਲੋਜਾਈਜ਼ ਕਰਦਾ ਸੀ, ਤੁਹਾਡਾ ਖਿਆਲ ਹੈ ਉਹਦੇ ਨਾਲ ਵਿਕੇ ਹੋਏ ਬੰਦੇ ਨਹੀਂ ਬੈਠੇ ਹੋਏ ਜੀ, ਉਹ ਹਾਂ ਚ ਹਾਂ ਮਿਲਾ ਰਹੇ ਆ। ਜਿਹੜੀ ਪੋਪ ਨੇ ਅਪੋਲੋਜੀ ਕੀਤੀ ਆ, ਮਾਫੀ ਮੰਗੀ ਆ, ਦੱਸੋ ਤਾਂ ਸਹੀ ਵੀ ਇਹ ਮਾਫੀ ਤਾਂ ਠੀਕ ਹੈ, ਤੂੰ ਕਹਿੰਦਾ ਮੈਨੂੰ ਸੌਰੀ ਦਾ ਮਤਲਬ ਕੀ ਹੁੰਦਾ, ਕਿਉਂ ਸੌਰੀ ਆ? ਜੋ ਤੁਸੀਂ ਆਪਣੇ ਸਿਧਾਂਤ ਦਿੱਤੇ ਆ, ਜਿਹੜੇ ਅੱਜ ਵੀ ਤੁਸੀਂ ਦਿੰਦੇ ਆ। ਇੱਕ ਵਾਰੀ ਸਾਡੇ ਹਿਊਮਨਿਸਟ ਸੁਸਾਇਟੀ ਹੁੰਦੀ ਸੀ, ਹੁਣ ਤਾਂ ਖੈਰ ਨਹੀਂ, ਉਹ ਮੇਰਾ ਖਿਆਲ ਸਭੀ ਹੁੰਦੀ ਸੀ, ਉਹ ਹਰੇਕ ਸਾਲ ਇੱਕ ਡਿਬੇਟ ਕਰਾਉਂਦੇ ਹੁੰਦੇ ਸੀ ਕੋਈ ਮੇਜਰ ਇਸ਼ੂ ਤੇ। ਇੱਕ ਵਾਰੀ ਇੱਕ ਹਿਊਮਨਿਸਟ ਬੰਦਾ ਆਇਆ ਤੇ ਕ੍ਰਿਸਚੀਅਨ ਬੰਦਾ, ਉਹ ਕਾਫੀ ਕ੍ਰਿਸਚੀਅਨ ਸੀ, ਦੋਹਾਂ ਦਾ ਡਿਬੇਟ ਚੱਲ ਰਿਹਾ ਤੇ ਇੱਕ ਬੰਦੇ ਨੇ ਆਡੀਅנס ਦੇ ਵਿੱਚੋਂ ਉੱਠ ਕੇ ਸਵਾਲ ਕੀਤਾ, ਉਹਨੂੰ ਧਾਰਮਿਕ ਬੰਦੇ ਨੂੰ, ਜਿਹੜਾ ਕ੍ਰਿਸਚੀਅਨ ਬੰਦਾ ਸੀ, ਉਹਨੂੰ ਕਹਿੰਦਾ ਵੀ ਗੈਰ ਕ੍ਰਿਸਚੀਅਨ ਬਹਿਸ਼ਤ ਦੇ ਵਿੱਚ ਜਾ ਸਕਦੇ ਜਾਂ ਨਹੀਂ। ਹੁਣ ਕੀ ਜਵਾਬ ਦੇ, ਜਿਉਂ ਉਹਨੇ ਗੋਲ-ਮੋਲ ਜਵਾਬ ਸ਼ੁਰੂ ਕੀਤਾ, 15 ਮਿੰਟ ਲਾਏ ਹੋਣੇ, ਜਵਾਬ ਨਹੀਂ ਦਿੱਤਾ ਕੋਈ ਵੀ। ਉਹ ਫੇਰ ਉੱਠ ਖੜਿਆ ਮੁੰਡਾ, ਉਹ ਕਹਿੰਦਾ ਮੇਰਾ ਬਹੁਤ ਸਿੰਪਲ ਕੁਐਸਚਨ ਆ, ਤਾਂ ਜਾਂ ਮੈਨੂੰ ਹਾਂ ਕਰਿਓ ਤਾਂ ਜਾਂ ਨਾ ਕਰਿਓ ਜੀ, 15 ਮਿੰਟ ਲਾਉਣ ਦੀ ਲੋੜ ਨਹੀਂ ਆ। ਮੈਂ ਇਹੀ ਪੁੱਛ ਰਿਹਾ ਵੀ ਗੈਰ ਕ੍ਰਿਸਚੀਅਨ ਬਹਿਸ਼ਤ ਦੇ ਵਿੱਚ ਜਾ ਸਕਦੇ ਜਾਂ ਨਹੀਂ। ਹੁਣ ਕ੍ਰਿਸਚੀਅਨ ਬੰਦਾ ਕੀ ਕਰੇ, ਕਿਉਂਕਿ ਉਹਨਾਂ ਦੇ ਸਿਧਾਂਤ ਦੇ ਹਿਸਾਬ ਨਾਲ ਤਾਂ ਨਹੀਂ ਜਾ ਸਕਦੇ ਉਹ। ਹਾਂਜੀ। ਫਿਰ ਉਹਨੇ ਕਹਿ ਦਿੱਤਾ, ਫਿਰ ਲੋਕ ਸਾਰੇ ਸਟੂਡੈਂਟਸ ਨੇ ਉਹਨੂੰ ਬੂ ਕੀਤਾ, ਫਿਰ ਚਲ ਗਿਆ ਉਹ। ਮਤਲਬ ਇੱਕ ਸਿਧਾਂਤ ਜਿਹੜਾ ਤੁਸੀਂ ਦਿੰਦੇ ਆ, ਪੋਪ ਹੁਣੀ ਆ ਕੇ ਕਹਿ ਰਹੇ ਆ ਮੈਂ ਮਾਫੀ ਮੰਗਦਾ, ਮਾਫੀ ਉਸ ਸਿਧਾਂਤ ਦੀ ਆ, ਕੀ ਉਹ ਬਦਲ ਦਿੱਤਾ? ਹੁਣ ਸਰਕਾਰ ਦਾ ਬੰਦਾ ਨਾਲ ਤੁਹਾਡੇ ਬੈਠਾ ਹੈ, ਜਸਟਿਨ ਟਰੂਡੋ ਵੀ ਬੈਠਾ ਸੀ, ਹੁਣ ਉਹਨੂੰ ਪੁੱਛਿਆ ਜਾਵੇ ਵੀ ਤੁਸੀਂ ਇੰਡੀਅਨ ਐਕਟ ਬੰਦ ਕਰ ਦਿੱਤਾ। ਡਾਕਟਰ ਸਾਹਿਬ ਇੰਡੀਅਨ ਐਕਟ ਦੀ ਤਾਂ ਗੱਲ ਹੀ ਨਹੀਂ ਕਰਦੇ ਇਹ, ਚੁੱਪ ਕਰਕੇ ਬੈਠੇ ਨਾ ਦੋਏ। ਹਾਂਜੀ। ਉਹ ਧਾਰਮਿਕ ਤੌਰ ਤੇ ਚੁੱਪ ਕਰਕੇ ਬੈਠਾ ਆ, ਇਹ ਸਟੇਟ ਦਾ ਹੈੱਡ ਕਰਕੇ ਚੁੱਪ ਕਰਕੇ ਬੈਠਾ ਆ ਵੀ ਜੋ ਕੁਝ ਅਸੀਂ ਮਾਫੀ ਤਾਂ ਮੰਗ ਲਵਾਂਗੇ ਹਮੇਸ਼ਾ, ਪਰ ਮਾਫੀ ਦਾ ਮਤਲਬ ਕੀ ਹੁੰਦਾ ਹੈ ਇਹ ਤਾਂ ਐਕਨੋਲੇਜ ਕਰੋ ਵੀ ਕਿਉਂ ਹੋਇਆ ਇਹਨਾਂ ਦੇ ਨਾਲ, ਕਿਵੇਂ ਅਸੀਂ ਇਹਨੂੰ ਰੋਕ ਸਕਦੇ ਹਾਂ ਭਵਿੱਖ ਦੇ ਵਿੱਚ। ਜੀ, ਉਹ ਤੁਸੀਂ ਤਾਂ ਹੀ ਰੋਕ ਸਕਦੇ ਆ ਜੇ ਭਵਿੱਖ ਦੇ ਵਿੱਚ ਉਹ ਚੀਜ਼ਾਂ ਨਾ ਕੀਤੀਆਂ ਜਾਣ, ਉਹ ਉਹਨਾਂ ਤੇ ਨਾ ਅਮਲ ਕੀਤਾ ਜਾਵੇ ਜਿਹੜੀਆਂ ਪਹਿਲਾਂ ਕਰਦੇ ਹੁੰਦੇ ਸੀ। ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਅਮੈਂਡਮੈਂਟ ਹੋਣੀ ਚਾਹੀਦੀ ਹੈ ਕਿ ਇੱਕ ਜਿਹੜਾ ਇੰਡੀਅਨ ਐਕਟ ਜਾਵੇ ਤੇ ਜੋ ਕੁਝ ਉਹ ਚਾਹੁੰਦੇ ਆ ਉਹਨੂੰ ਰਿਪਲੇਸ ਕਰਨ। ਹਾਂਜੀ। ਅੱਛਾ, ਦੂਸਰਾ ਧਾਰਮਿਕ ਤੌਰ ਤੇ ਇੱਕ ਉਹਨਾਂ ਨੂੰ ਬਦਲਣਾ ਪੈਣਾ ਹੈ ਕਿ ਇਹਨਾਂ ਲੋਕਾਂ ਦਾ ਵੀ ਧਰਮ ਹੁੰਦਾ ਸੀ ਕੋਈ, ਜ਼ਰੂਰੀ ਨਹੀਂ ਵੀ ਜਿੱਦਾਂ ਸਾਰੇ ਐਕਲੀਸੀਆਸਟਿਕਲ ਰਿਲੀਜਨ ਹੋਣ, ਇਹਨਾਂ ਲੋਕਾਂ ਦਾ ਵੀ ਧਰਮ ਹੁੰਦਾ ਸੀ ਔਰ ਹੈਗਾ ਵੀ ਆ। ਉਹਨਾਂ ਦੀ ਸੰਸਕ੍ਰਿਤੀ ਹੈਗੀ ਆ, ਧਰਮ ਹੈਗਾ ਉਹਨਾਂ ਦਾ ਆਪਣਾ। ਉਹ ਆਪਣੀ ਜਿੱਦਾਂ এনवायरमेंट ਨੂੰ, ਧਰਤੀ ਨੂੰ ਮਾਂ ਸਮਝਦੇ ਆ। ਹਾਂਜੀ, ਪੂਜਾ ਕਰਦੇ ਆ। ਤਾਂ ਅਸੀਂ ਵੀ ਇਦਾਂ ਕਹਿੰਦੇ ਹਾਂ। ਹਾਂਜੀ। ਪਵਨ
गुरु पानी पिता माता धरत महत। हाँ जी, साडा भी कुछ इन्हां नाल मिलदा है जी। पौण नूं दरख्तां नूं पूजदे आ, एनवायरमेंट नूं डिस्ट्रॉय नहीं करदे, उहनूं तबाह नहीं करदे। हाँ जी, इन्हां गल्लां दी एक्नॉलेज करो पोप साहब, ते फिर उहनूं कहिंदे आ माफ़ी। जी। माफ़ी ਇਹ नहीं हुंदी जिहड़ा तुहाडे नाल एक्टर बैठा सी जस्टिन ट्रूडो ਤੁਹਾਨੂੰ ਸਿਖਾ ਸਕਦਾ ਵੀ ਰੋਈ ਦਾ ਕਿੱਦਾਂ ਹੈ। ਇੱਕ ਗੱਲ ਨਹੀਂ ਉਹਨਾਂ ਨੇ ਕੀਤੀ, ਆਵਾਜ਼ ਤਾਂ ਉਹਨਾਂ ਨੇ ਕਰ ਲਈ ਥੋੜੀ ਜਿਹੀ, ਪਰ ਜਿਹੜੀ ਅੱਖਾਂ ਦੇ ਹੰਝੂ ਨਹੀਂ ਆਏ ਉਹਨਾਂ ਦੇ, ਉਹ ਜਸਟਿਨ ਟਰੂਡੋ ਨੇ ਸਿਖਾ ਦੇਣੇ ਸੀ ਜੇ ਇੱਕ ਦਿਨ ਪਹਿਲਾਂ ਆਉਂਦੇ। जी बिल्कुल डॉक्टर साहब, तुसी सही कहा कि माफी मंगण दा तां फायदा तां ही है ना, तुसी एक्नॉलेज करो अपनी गलती ते फिर तुसी अमेंडमेंट्स इहो जिहियां करो तां कि फ्यूचर दे विच इहो जी कोई भी सिचुएशन दोबारा तो क्रिएट ना होवे। इस समय तुसी सुन रहे हो प्रोग्राम पंजाबी आवाज। डॉक्टर साहब रुख करदे हां जी हुण अगली खबर वल। यूके ਦੇ ਐਕਸਪਰਟਸ ਨੇ ਵਾਰਨਿੰਗ ਦਿੱਤੀ ਹੈ ਕਿ ਜਿਹੜੀ ਚਾਈਲਡ ਵੇਪਿੰਗ ਹੈਗੀ ਆ ਇਹ ਉਹਨਾਂ ਦੀ ਹੈਲਥ ਨੂੰ ਬਿਲਕੁਲ ਤਬਾਹ ਕਰਕੇ ਰੱਖ ਸਕਦੀ ਆ। ਕਾਫੀ ਜ਼ਿਆਦਾ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਆ। ਉਹਨਾਂ ਨੇ ਕਿਹਾ ਕਿ ਜੇਕਰ ਜ਼ਰੂਰੀ ਕਦਮ ਚੱਕੇ ਨਹੀਂ ਜਾਣਗੇ ਤਾਂ ਜਿਹੜੇ ਚਾਈਲਡ ਹੈਗੇ, ਜਿਹੜੇ ਬੱਚੇ ਹੈਗੇ ਆ ਉਹ ਬਿਲਕੁਲ ਤਬਾਹ ਹੋ ਜਾਣਗੇ। ਕੀ ਕਹਿਣਾ ਚਾਹੋਗੇ? ਦੇਖੋ ਇਹ ਨਵੀਂ ਤੋਂ ਨਵੀਂ ਜਿਹੜੀ ਇੱਕ ਕਾਰਡ ਕੱਢਦੇ ਆ ਨਾ ਅੱਜ ਕੱਲ੍ਹ, ਜਿਹਦਾ BC ਸਰਕਾਰ ਨੇ ਬਹੁਤ ਵੱਡਾ ਮਾਰਕਾ ਮਾਰਿਆ। ਇਹਨਾਂ ਨੇ ਕਿਹਾ ਕਿ ਅਸੀਂ ਕ੍ਰਿਮੀਨਲ ਜਿਹੜਾ ਨੇ ਚਾਰਜਸ ਨਹੀਂ ਚਾਹੁੰਦੇ ਜੇ 10 ਗ੍ਰਾਮ ਤਾਈਂ ਤੁਹਾਡੇ ਤੋਂ ਖਾਣ ਲਈ ਆਪਣੇ ਕੰਸੰਪਸ਼ਨ ਲਈ ਤੁਹਾਡੀ ਡਰੱਗ ਹੋਵੇ। ਇਹ ਹੈਗੀ ਆ ਵੀ ਤੁਸੀਂ ਇੱਕ ਲੀਗਲ ਐਸਪੈਕਟ ਨਾਲ ਡੀਲ ਕਰਦੇ ਆ। ਜਿਹੜੀ ਇਸ਼ੂ ਹੈਗੀ ਆ ਉਹ ਹੈਗੀ ਲੋਕੀ ਖਾਂਦੇ ਕਿਉਂ। ਇਹਦੇ ਲਈ ਸਾਨੂੰ ਸਿਰ ਜੋੜਨਾ ਚਾਹੀਦਾ ਕਿ ਕੋਈ ਲੋਕੀ ਕਿੱਦਾਂ ਖਾਂਦੇ ਆ। ਹੁਣ ਵੇਪਿੰਗ ਦਾ ਇਹ ਵੀ ਸੋਸ਼ਲ ਐਡਵੋਕੇਟਸ ਕਹਿ ਰਹੇ ਸੀ ਕਿ ਜੇ ਤੁਸੀਂ ਲੋਕਾਂ ਨੂੰ ਡਰੱਗਸ ਤੋਂ ਹਟਾਉਣਾ ਆ ਤਾਂ ਫਿਰ ਵੇਪਿੰਗ ਲਈ ਹਾਂ ਕਰ ਦਿਓ। ਵੇਪਿੰਗ ਵਾਲੇ ਬਹੁਤ ਬੰਦੇ ਆ ਇੱਥੇ ਜਗ੍ਹਾ ਜਗ੍ਹਾ ਤੇ ਸਰੀ ਦੇ ਵਿੱਚ ਵੀ, ਉੱਥੇ ਬੱਚੇ ਜਾਂਦੇ ਆ ਤੇ ਜਿੱਦਾਂ ਉਹ ਵੇਪਿੰਗ ਕਰਦੇ ਆ ਉੱਥੇ। ਹੁਣ ਵੇਪਿੰਗ ਦੇ ਵਿੱਚ ਤੰਬਾਕੂ ਆ, ਹਾਂਜੀ, ਤੇ ਉਹਦੇ ਵਿੱਚ ਵੀ ਇਹ ਪਾਉਂਦੇ ਆ ਕਈ ਤਰ੍ਹਾਂ ਦੀਆਂ ਡਰੱਗਸ, ਤੇ ਉਹਦੇ ਵਿੱਚ ਨਿਕੋਟੀਨ ਆ। ਨਿਕੋਟੀਨ ਜਿਹੜੀ ਐਡਿਕਟਿਵ ਆ, ਸਿਗਰਟ ਦੇ ਵਿੱਚ ਵੀ ਨਿਕੋਟੀਨ ਆ ਜਿਹੜੀ ਐਡਿਕਟਿਵ ਆ ਤੁਹਾਨੂੰ ਜੀ। ਸੋਲੂਸ਼ਨ ਹਰ ਇੱਕ ਜਗ੍ਹਾ ਤੇ ਲੱਭਦੇ ਆ, ਜਿਹੜਾ ਵੀ ਉਹ ਇਹ ਲੱਭਦੇ ਆ ਕਿ ਇਹਦੇ ਤੋਂ ਛੁਟਕਾਰਾ ਕਿੱਦਾਂ ਪਾਇਆ ਜਾ ਸਕੇ। ਕਮ ਸੇ ਕਮ ਪਬਲਿਕ ਰਿਲੇਸ਼ਨ ਦੇ ਤੌਰ ਤੇ ਅਸੀਂ ਦੱਸਣ ਜੋਗੇ ਹੋਈਏ ਲੋਕਾਂ ਨੂੰ। ਸਰਕਾਰਾਂ ਦਾ ਇਹ ਕੰਮ ਨਹੀਂ ਕਿ ਜ਼ਰੂਰੀ ਨਹੀਂ, ਮੈਨੂੰ ਨਹੀਂ ਪਤਾ ਕਿ ਇਹਨਾਂ ਦੇ ਕੋਲ ਕੋਈ ਸੋਲੂਸ਼ਨ ਹੈ। ਸੋਸ਼ਲ ਸਾਇੰਸ ਦੇ ਵਿੱਚ ਵੀ ਡਿਬੇਟ ਹੀ ਚੱਲਦੇ ਆ, ਪੁੱਛਦੇ ਆ। ਪਹਿਲਾਂ ਤਾਂ ਸਭ ਤੋਂ ਇਸ਼ੂ ਇਹੀ ਆਉਂਦੀ ਆ ਕਿ ਬੱਚੇ ਕਿਉਂ ਲੱਗਦੇ ਆ ਡਰੱਗ ਖਾਣ। ਹਾਂਜੀ, ਬੱਚੇ ਜਾਂ ਵੱਡੇ ਕਿਉਂ ਡਰੱਗ ਖਾਣ ਲੱਗਦੇ ਆ। ਉਹ ਇਹ ਪਹਿਲਾਂ ਵੀ ਡਰੱਗ ਖਾਂਦੇ ਹੁੰਦੇ ਸੀ, ਜਿੱਦਾਂ ਫੀਮ ਖਾਂਦੇ ਸੀ, ਡੋਡੇ ਪੀਂਦੇ ਹੁੰਦੇ ਸੀ ਲੋਕੀ। ਉਹ ਕਿਉਂ ਲੱਗਦੇ ਸੀ, ਕਿਉਂ, ਇਹਦਾ ਕੀ ਕਾਰਨ ਆ? ਵੱਖ-ਵੱਖ ਕਾਰਨ ਹੋ ਸਕਦੇ ਜਿਹਦੇ ਤੇ ਰਿਸਰਚ ਕੀਤੀ ਜਾ ਸਕਦੀ ਹੈ ਔਰ ਹੋ ਰਹੀ ਆ ਉਹ ਤੇ ਰਿਸਰਚ। ਦੂਸਰਾ, ਫਿਰ ਜੇ ਤੁਸੀਂ ਉਹ ਜਾਣ ਗਏ ਆ ਤਾਂ ਫਿਰ ਕੋਸ਼ਿਸ਼ ਕਰੋ ਕਿ ਉਹਦਾ ਹੱਲ ਲੱਭਣ ਲਈ। ਇਹ ਨਾ ਲੱਭੋ ਕਿ ਆਹ ਕੰਮ ਨਾ ਕਰਨ, ਆਹ ਕਰ ਲੈਣ, ਇੱਕ ਪਾਸੇ ਹਟਾ ਕੇ ਦੂਸਰੇ ਪਾਸੇ ਲਾ ਦੇਣਾ। ਆ ਮੈਰਵਾਨਾ ਤਾਂ ਹੀ ਜਸਟਿਨ ਟਰੂਡੋ ਨੇ ਲਾਇਆ ਸੀ ਵੀ ਦੂਜਾ ਡਰੱਗ ਨਾ ਖਾਣਗੇ ਜੀ, ਮੈਰਵਾਨਾ ਪੀ ਲੈਣਗੇ ਕੋਈ ਗੱਲ ਨਹੀਂ। ਜਿਹੜਾ ਮੈਰਵਾਨਾ ਪੀਣ ਲੱਗਦਾ, ਖਾਣ ਲੱਗਦਾ ਅੱਜ, ਉਹਨੇ ਅਗਲੇ ਸਾਲ ਨੂੰ ਦੂਸਰੀ ਡਰੱਗ ਖਾਣੀ। ਇਹਨੂੰ ਗੇਟਵੇ ਡਰੱਗ ਕਹਿੰਦੇ ਵੈਸੇ, ਜਿਹੜੇ ਕ੍ਰਿਮੀਨੋਲੋਜਿਸਟ ਆ ਨਾ, ਸੋਸ਼ੀਓਲੋਜਿਸਟ ਆ, ਸਾਈਕੋਲੋਜਿਸਟ ਆ, ਉਹ ਜਿਹੜੇ ਇਹਨਾਂ ਤੇ ਕੰਮ ਕਰਦੇ ਆ, ਉਹ ਇਹੀ ਕਹਿੰਦੇ ਆ ਕਿ ਇਹ ਐਂਟਰੀ ਆ, ਵੈਸੇ ਦਰਵਾਜ਼ਾ ਖੋਲ ਦਿੰਦੀ ਆ। ਤੁਸੀਂ ਅੱਜ ਮੈਰਵਾਨਾ ਪੀਣ ਲੱਗਣੇ ਆ ਤੇ ਕੱਲ ਨੂੰ ਤੁਸੀਂ ਹੈਰੋਇਨ ਵੀ ਖਾਣੀ ਆ, ਹੋਰ ਉਸ ਤੋਂ ਬਾਅਦ ਫਿਰ ਵਧੀ ਜਾਂਦੇ ਆ। ਇਸ਼ੂ ਹੈਗੀ ਹੈ ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਸੋਚਣ ਦੀ ਕਿ ਲੋਕੀ ਬੱਚੇ ਸਾਡੇ ਕੀ ਗੱਲ ਹੈ ਵੀ ਇਹ ਡਰੱਗ ਖਾਣ ਲੱਗੇ, ਕਿਉਂ ਨਹੀਂ। ਇਹ ਜਿਹੜੀਆਂ, ਜੇ ਤੁਸੀਂ ਅੱਜ ਸਰੀ ਦੇ ਵਿੱਚ ਵੀ ਬੈਠੇ ਆ, ਦੇਖੋ ਇਹਨਾਂ ਦੇ ਵਿੱਚ ਕਿੰਨੇ ਖਰਚੇ ਕਰਦੇ ਆ, ਇੱਧਰ ਉੱਧਰ ਦੀ ਪਖੰਡਬਾਜ਼ੀ ਦੇ ਕਿੰਨੇ ਖਰਚੇ ਹੁੰਦੇ। ਜੇ ਸਾਡੇ ਬੱਚਿਆਂ ਨੇ ਜਿਮ ਦੇ ਵਿੱਚ ਜਾਣਾ ਆ, ਕੋਈ ਸਪੋਰਟਸ ਖੇਲਣੀ ਆ, ਕੋਈ ਨਾ ਕੁਝ ਕਰਨਾ ਆ, ਉੱਥੇ ਪੈਸੇ ਲੱਗਦੇ। ਤੁਸੀਂ ਆਪਣੇ ਬੱਚਿਆਂ ਨੂੰ
ਖੇਡਣ ਲਈ ਕੋਈ ਜਗ੍ਹਾ ਨਹੀਂ ਦੇ ਸਕਦੇ, ਇਹ ਕਿਹੋ ਜਿਹਾ ਦੇਸ਼, ਕਿਹੋ ਜਿਹੀ ਆਰਥਿਕਤਾ ਹੈ, ਕਿਹੋ ਜਿਹਾ ਬਹੁਤ ਵੱਡਾ ਮੁਲਕ ਹੈ ਇਹ, G7 ਬਣੇ ਫਿਰਦੇ ਅਸੀਂ। ਹਾਂਜੀ, ਇਹ ਜੇ ਥੋੜੀਆਂ ਬਹੁਤੀਆਂ ਇਹਨਾਂ ਨੇ ਬਣਾਈਆਂ ਹੈ, ਚੰਗੀ ਗੱਲ ਹੈ, ਪਾਰਕਸ ਵਗੈਰਾ ਬਣਾਈਆਂ ਹੈ, ਸੌਕਰ ਗਰਾਊਂਡਸ ਬਣਾਈਆਂ ਨੇ, ਤੁਸੀਂ ਸੌਕਰ ਗਰਾਊਂਡ ਦੇ ਵਿੱਚ ਜਾ ਕੇ ਦੇਖੋ, ਭਰੀਆਂ ਪਈਆਂ ਹੁੰਦੀਆਂ। ਹਾਂਜੀ। ਅੱਛਾ, ਇਹਨਾਂ ਦੇ ਵਿੱਚ ਜਿਮ 'ਚ ਜੇ ਬੱਚੇ ਜਾਂਦੇ ਆ ਤੇ ਪੈਨਲਟੀ ਕਿਉਂ ਆ ਵੀ ਉਹਨਾਂ ਨੂੰ ਪੈਸੇ ਦੇਣੇ ਪੈਣੇ? ਤੁਸੀਂ ਐਨਕਰੇਜ ਕਰੋ ਕਿ ਬੱਚਿਆਂ ਨੂੰ ਤੁਸੀਂ ਲੈ ਕੇ ਆਓ, ਹੋਰ ਆਓ। ਅਸੀਂ ਜੇ 4 ਆ, ਇੱਥੇ 5 ਫੈਸਿਲਿਟੀ ਬਣਾ ਦਿੰਦੇ, 6 ਬਣਾ ਦਿੰਦੇ, 7 ਬਣਾ ਦਿੰਦੇ, ਬੱਚਿਆਂ ਨੂੰ ਉੱਧਰ ਪਾਉਣ ਲਈ, ਬੱਚਿਆਂ ਲਈ ਐਂਟਰਟੇਨਮੈਂਟ ਹੋਵੇ ਕਿ ਕੋਈ ਨਾ ਕੋਈ ਐਨਕਰੇਜ ਕਰੋ, ਉਹ ਬੈਂਡ ਜੁਆਇਨ ਕਰ ਲੈਣ, ਕੋਈ ਭੰਗੜਾ ਜੁਆਇਨ ਕਰ ਲੈਣ, ਕੁਛ ਨਾ ਕੋਈ ਚਾਲ ਵਾਲਾ ਕੰਮ ਕਰਨ। ਇਹ ਨਾ ਸਦਾ ਸੋਚਣ ਬੇਸਮੈਂਟ ਦੇ ਵਿੱਚ ਬੈਠ ਕੇ ਕਿ ਹੁਣ ਮੈਰਵਾਨਾ ਪੀਣਾ, ਕੋਈ ਹੋਰ ਡਰੱਗ ਖਾਣੀ ਹੈ। ਇਹ ਮੇਰੇ ਕੋਲ ਸੋਲੂਸ਼ਨ ਨਹੀਂ ਹੈ, ਇਹਦਾ ਮੇਰੇ ਕੋਲ ਹੱਲ ਨਹੀਂ ਹੈ, ਪਰ ਮੇਰਾ ਖਿਆਲ ਹੈ ਵੀ ਜੇ ਬਹੁਤੇ ਸਿਰ ਇਕੱਠੇ ਹੋ ਬੈਠ ਕੇ ਸੋਚਣ ਵੀ ਇਹ ਬੱਚੇ ਕਿਉਂ ਲੱਗਦੇ ਆ, ਹਾਂਜੀ, ਪਹਿਲਾਂ ਕਿਉਂ ਤੇ ਫੋਕਸ ਕਰੀਏ। ਰੀਜ਼ਨ ਪਤਾ ਹੋਊਗਾ ਡਾਕਟਰ ਸਾਹਿਬ, ਤਾਂ ਹੀ ਤਾਂ ਫਿਰ ਸੋਲੂਸ਼ਨ ਵੱਲ ਵਧਿਆ ਜਾ ਸਕਦਾ। ਇਹ ਸੋਲੂਸ਼ਨ ਨਹੀਂ ਹੁੰਦੇ ਵੀ ਚਲੋ ਅਸੀਂ ਡੀਕ੍ਰਿਮੀਨਲਾਈਜ਼ ਕਰਤਾ ਤਾਂ ਫਿਰ ਨੱਠੇ ਫਿਰਦੇ ਆ। ਇਹ ਤਾਂ ਆਮ ਆਦਮੀ ਵਾਲੇ ਨਹੀਂ, ਪਾਰਟੀ ਵਾਲੇ, ਉਹ ਕਲੀ ਕਰਾ ਕੇ ਨੱਠਦੇ ਪੈਂਦੇ ਆ, ਆਹ ਦੇਖੋ ਜੀ ਅਸੀਂ ਕਲੀ ਕਰਾਤੀ ਹੈ। ਹਾਂਜੀ, ਇਦਾਂ ਹੀ ਸਾਡੇ BC ਸਰਕਾਰ ਦੇ ਆ, ਇਹਨਾਂ ਦੇ ਮੰਤਰੀ ਤੁਰ ਪੈਂਦੇ ਦੱਸਣ ਅਸੀਂ ਜੀ ਉਹ ਡੀਕ੍ਰਿਮੀਨਲਾਈਜ਼ ਕਰ ਦਿੱਤਾ, ਉਹਦੇ ਨਾਲ ਹਟ ਜਾਣਾ ਹੈ। ਜੋ ਜਸਟਿਨ ਟਰੂਡੋ ਨੇ ਕੀਤਾ ਸੀ, ਕਹਿੰਦੇ ਪਹਿਲਾਂ ਕਹਿੰਦੇ ਸੀ ਕਿ ਡੀਕ੍ਰਿਮੀਨਲਾਈਜ਼ ਕਰ ਦਿੱਤਾ ਮੈਰਵਾਨਾ ਤੇ ਇਹਦੇ ਨਾਲ ਗੈਂਗਸ ਹਟ ਜਾਣੀਆਂ, ਹਟ ਗਈਆਂ? ਨਹੀਂ ਡਾਕਟਰ ਸਾਹਿਬ, ਪ੍ਰੋਬਲਮ ਉੱਥੇ ਹੀ ਆ, ਡਰੱਗ ਵਿਕਣੋਂ ਹਟ ਗਈ? ਬਿਲਕੁਲ ਵੀ ਨਹੀਂ ਹਟੀ। ਤਾਂ ਕਮ ਸੇ ਕਮ ਇਹ ਸੋਚਣ ਜ਼ਰੂਰ ਵੀ ਜੇ ਕੋਈ ਹੋਰ ਸੋਲੂਸ਼ਨ ਸਾਨੂੰ ਮਿਲਦਾ ਹੈ, ਸੋਲੂਸ਼ਨ ਤੋਂ ਪਹਿਲਾਂ, ਹੱਲ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਆ ਕਿ ਪ੍ਰੋਬਲਮ ਹੈ ਕੀ ਆ ਜੀ, ਮਸਲਾ ਕੀ ਆ। ਕਿਉਂਕਿ ਕੋਈ ਨਾ ਬੱਚਾ ਜਦੋਂ ਜੰਮਦਾ ਆ ਉਹ ਮੂੰਹ 'ਚ ਸਿਗਰਟ ਲੈ ਕੇ ਤਾਂ ਆਉਂਦਾ ਨਹੀਂ, ਬੱਚੇ ਨੂੰ ਹੌਲੀ ਹੌਲੀ ਉਹ ਸਮਾਜ ਦੇ ਵਿੱਚ ਰਹਿ ਕੇ ਸਿੱਖਦਾ। ਹਾਂਜੀ, ਸਭ ਕੁਝ ਡਰੱਗ ਖਾਣੀ ਸਿੱਖਦਾ ਹੈ, ਇੱਥੋਂ ਹੀ ਸਿੱਖਦਾ ਜੀ। ਤੇ ਅਸੀਂ ਕੀ ਕਰ ਦਿੰਦੇ ਹਾਂ, ਜਿਹੜਾ ਬੱਚੇ ਖੇਡਣ ਦੀ ਬਜਾਏ, ਕੁੱਦਣ ਦੀ ਬਜਾਏ, ਐਂਟਰਟੇਨਮੈਂਟ ਦੀ ਬਜਾਏ ਡਰੱਗ ਖਾਣ ਲੱਗੇ ਹੋਏ ਜੀ, ਉਹ ਡਰੱਗ ਦਾ ਰਸਤਾ ਚੁਣਦੇ ਆ ਬਾਕੀ ਐਕਟੀਵਿਟੀਜ਼ ਵੱਲ ਜਾਣ ਦੀ ਬਜਾਏ। ਸੋ ਜਿਹੜੀ UK ਨੇ ਰਿਪੋਰਟ ਦਿੱਤੀ ਹੈ ਉਹ ਸਾਡੇ ਤੇ ਵੀ ਵੈਸੇ ਲਾਗੂ ਹੁੰਦੀ ਹੈ ਜੀ, ਬਿਲਕੁਲ। ਵੇਪਿੰਗ ਲਈ ਇਹ ਪੋਲੀਟੀਸ਼ੀਅਨ ਤੁਹਾਨੂੰ ਸਿਆਸਤਦਾਨ ਕਹਿਣਗੇ ਇਹ ਦੂਸਰੇ ਨਾਲੋਂ ਚੰਗੀ ਆ, ਦੂਸਰੇ ਨਾਲ ਕੋਈ ਚੰਗੀ ਨਹੀਂ। ਜਿਹੜੀਆਂ ਇੱਕ ਡਰੱਗ ਹੈ ਨਾ, ਇਹ ਸਟੈਪਿੰਗ ਸਟੋਨ ਹੀ ਆ ਜੀ। ਜਦੋਂ ਤੁਸੀਂ ਪੌੜੀ ਤੇ ਪੈਰ ਰੱਖਦੇ ਆ, ਫਿਰ ਦੂਸਰੀ ਤੇ ਰੱਖਦੇ ਆ, ਫਿਰ ਤੀਸਰੀ ਰੱਖਦੇ ਆ, ਤੇ ਜਿਹੜੇ ਬੰਦੇ ਸਿਖਰ ਤੇ ਪਹੁੰਚ ਜਾਂਦੇ ਆ ਉਹ ਫਿਰ ਮਰ ਜਾਂਦੇ। ਹਾਂਜੀ, ਬਿਲਕੁਲ। ਓਪੀਐਡ ਦੇ ਨਾਲ 6 ਬੰਦੇ ਮਰਦੇ ਆ BC ਦੇ ਵਿੱਚ ਇਕੱਲੇ। ਹਾਂਜੀ, ਤੇ ਸਾਡੀ ਆਬਾਦੀ ਸਿਰਫ 51 ਲੱਖ ਹੈ ਜੀ। 51 ਲੱਖ ਦੇ ਵਿੱਚੋਂ 6 ਬੰਦੇ ਹਰ ਰੋਜ਼ ਮਰਨ, ਤੇ ਕੰਨ ਤੇ ਜੂਨ ਹੀ ਸਰਕਦੀ ਇਹਨਾਂ ਤੇ। ਹਾਂਜੀ, ਹਰ ਜਗ੍ਹਾ ਨੱਠੇ ਫਿਰਦੇ ਆ ਇਧਰੋਂ ਉਧਰੋਂ, ਜਿੱਦਾਂ ਕੁੱਕੜ ਦਾ ਸਿਰ ਵੱਢਿਆ ਹੁੰਦਾ ਜੀ। ਡਾਕਟਰ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ, ਕਿਉਂਕਿ ਦੇਖੋ ਜਦੋਂ ਤੱਕ ਕਿਸੇ ਵੀ ਪ੍ਰੋਬਲਮ ਦੀ ਜੜ ਤੱਕ ਨਹੀਂ ਜਾਇਆ ਜਾਊਗਾ ਉਦੋਂ ਤੱਕ ਉਹਦਾ ਸੋਲੂਸ਼ਨ ਨਹੀਂ ਹੋਣਾ। ਫਿਰ ਜਦੋਂ ਕੋਈ ਕੇਸਿਸ ਸਾਹਮਣੇ ਆ ਜਾਂਦੇ ਨੇ, ਐਕਸਪਰਟਸ ਨੇ ਤਾਂ ਆਪਣੀ ਰਿਪੋਰਟ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ, ਉਹਦੇ ਤੋਂ ਬਾਅਦ ਉਹ ਚੀਜ਼ਾਂ ਨਾ ਹੋਣ ਉਹਦੇ ਲਈ ਤਾਂ ਸਰਕਾਰ ਨੂੰ ਹੀ ਕੁਝ ਕਰਨਾ ਪਊਗਾ। ਇਸ ਸਮੇਂ ਤੁਸੀਂ ਸੁਣ ਰਹੇ ਹੋ ਰੇਡੀਓ ਇੰਡੀਆ KRPA 1110 AM। ਡਾਕਟਰ ਸਾਹਿਬ, ਰੁਕ ਕਰਦੇ ਹਾਂ ਅਗਲੀ ਖਬਰ ਵੱਲ। UK ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਲਿਜ਼ ਟਰੱਸ ਹੁਣ ਰਿਸ਼ੀ ਸੁਨਕ ਤੋਂ ਅੱਗੇ ਚੱਲ ਰਹੇ ਨੇ, ਤੇ ਜੇਕਰ ਉਹ ਜਿੱਤ ਜਾਂਦੇ ਆ ਤਾਂ ਫਿਰ ਉਹ ਤੀਸਰੀ ਮਹਿਲਾ ਬ੍ਰਿਟਿਸ਼ ਪ੍ਰਧਾਨ ਮੰਤਰੀ ਬਣੇਗੀ। ਕੀ ਕਹਿਣਾ ਚਾਹੋਗੇ? ਦੇਖੋ, ਅਜੇ ਤਾਈਂ ਤਾਂ ਕਿਆਸ ਰਾਈਆਂ ਆ, ਪਰ ਉਹ ਓਪੀਨੀਅਨ ਪੋਲ ਰਹਿ ਰਹੇ ਆ। ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਸ ਨੇ ਹੁਣ ਚੁਣਨਾ ਨਾ, MPs ਦੇ ਹੱਥੋਂ ਗੱਲ ਨਿਕਲ ਗਈ ਆ। MPs ਦਾ ਕਿੰਨਾ ਕੁ ਉਹਨਾਂ ਤੇ ਅਸਰ ਹੈਗਾ, ਕਿੰਨਾ ਕੁ ਨਹੀਂ, ਉਹ ਪਤਾ ਲੱਗ ਜਾਣਾ ਸਾਨੂੰ। 5 ਸਤੰਬਰ ਨੂੰ ਇਹਨਾਂ ਦੀਆਂ ਇਲੈਕਸ਼ਨ ਰਿਜ਼ਲਟ ਦੇਣੇ ਆ। ਹਾਂਜੀ, ਤਾਂ ਜੇ ਇੰਡੀਆ ਦਾ ਮੀਡੀਆ ਦੇਖਿਆ ਜਾਵੇ ਤਾਂ ਸੁਨਕ ਸਾਹਿਬ ਬਣ ਗਏ ਆ। ਹਾਂਜੀ, ਤੇ ਇੰਡੀਆ ਦੇ ਵਿੱਚ ਪੰਜਾਬ 'ਚ ਇੱਕ ਅਖਬਾਰ ਆ, ਉਹਨੇ ਜਗਮੀਤ ਸਿੰਘ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਜੀ। ਤੇ ਹੁਣ ਜਿਹੜਾ ਇਹ ਨਵਾਂ ਪੋਲ ਆਇਆ, ਤੇ ਵਿੱਚ 62% ਲਿਜ਼ ਨੂੰ ਮਿਲੇ ਆ,
ਤੇ ਰਿਸ਼ੀ ਨੂੰ ਮਿਲੇ 38%। ਹਾਂਜੀ 20% ਦਾ 20 ਤੋਂ ਵੀ ਜ਼ਿਆਦਾ ਹੀ ਹੈ, ਕਾਫੀ ਜ਼ਿਆਦਾ ਅੰਤਰ ਆ। 24% ਦਾ ਫਾਸਲਾ ਹੈ। ਹਾਂਜੀ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਕਿਵੇਂ ਚੱਲਦਾ ਦੋਹਾਂ ਦਾ, ਕੀ ਉਹ ਪੇਸ਼ ਕਰਦੇ ਆ। ਹੁਣ ਰਿਸ਼ੀ ਹੋਣੀ ਜਿਹੜੀਆਂ ਗੱਲਾਂ ਕਰਦੇ ਉਹ ਇਦਾਂ ਲੱਗਦਾ ਜਿੱਦਾਂ ਡੋਨਲਡ ਟਰੰਪ ਹੋਵੇ। ਹਰ ਇੱਕ ਨੂੰ ਨਫ਼ਰਤ, ਹਰ ਇੱਕ ਨੂੰ ਨਫ਼ਰਤ। ਜਿਹੜਾ ਟ੍ਰੈਡੀਸ਼ਨਲ ਕੰਜ਼ਰਵੇਟਿਵ ਆਈਡੀਆ ਹੈ ਨਾ ਵੀ ਅਸੀਂ ਇਹਨੂੰ ਵੀ, ਰਸ਼ੀਆ ਦੇ ਵੀ ਖਿਲਾਫ ਆ, ਅਸੀਂ ਇਹਨਾਂ ਦੇ ਵੀ ਖਿਲਾਫ ਆ। ਉਹਨੂੰ ਪੁੱਛੋ ਵੀ ਰਸ਼ੀਆ ਵਾਲਿਆਂ ਦੇ ਤੁਸੀਂ ਕਿਉਂ ਖਿਲਾਫ ਹੈ? ਹਾਂ ਠੀਕ ਹੈ, ਪਿਊਟਨ ਨੇ, ਉਹਨਾਂ ਦੀ ਸਰਕਾਰ ਨੇ ਇੱਕ ਫੈਸਲਾ ਲਿਆ ਜਿਹਦੇ ਖਿਲਾਫ ਤੁਸੀਂ ਹੋਵੋਗੇ, ਪਰ ਰਸ਼ੀਆ ਦੇ ਲੋਕਾਂ ਦੇ ਖਿਲਾਫ ਕਿਉਂ ਹੋਣਾ ਜੀ? ਖੈਰ ਉਹ ਆਪਣੇ ਆਪ ਨੂੰ ਪੋਜੀਸ਼ਨ ਕਰ ਰਹੇ ਆ ਇੱਕ ਮਾਰਗਰੇਟ ਥੈਚਰ ਦੇ ਤੌਰ ਤੇ ਬੰਦਾ, ਤੇ ਉਧਰੋਂ ਲਿਜ਼ ਜਿਹੜੀ ਆ ਉਹ ਵੀ ਆਪਣੇ ਆਪ ਨੂੰ ਮਾਰਗਰੇਟ ਥੈਚਰ ਦੇ ਤੌਰ ਤੇ ਪੇਸ਼ ਕਰਦੀ ਆ ਕਿ ਮਾਰਗਰੇਟ ਥੈਚਰ ਤੋਂ ਬਾਅਦ ਮੈਂ ਹੀ ਆਇਰਨ ਲੇਡੀ ਬਣਨ ਵਾਲੀ ਹਾਂ। ਹਾਂਜੀ ਤੇ ਹੁਣ ਇਹ ਅਗਲੇ ਕੁਝ ਕੁ ਦਿਨਾਂ ਦੇ ਵਿੱਚ ਪਤਾ ਲੱਗ ਜਾਊਗਾ, ਔਰ ਖਾਸ ਤੌਰ ਤੇ ਸਤੰਬਰ 5 ਨੂੰ ਰਿਜ਼ਲਟ ਆ ਜਾਣੇ ਆ ਜੀ ਡਾਕਟਰ ਸਾਹਿਬ ਕਿ ਊਠ ਕਿੱਧਰ ਨੂੰ ਬੈਠਦਾ ਹੈ। ਹਾਂਜੀ ਕਿਸ ਪਾਸੇ ਨੂੰ ਕਰਵਟ ਲੈਂਦਾ ਊਠ ਪਤਾ ਲੱਗ ਜਾਣਾ ਜੀ ਸਾਨੂੰ ਥੋੜੇ ਦਿਨਾਂ ਤੱਕ। ਡਾਕਟਰ ਸਾਹਿਬ ਹੁਣ ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਪਾਕਿਸਤਾਨ ਪੰਜਾਬ 'ਚ ਇਮਰਾਨ ਖਾਨ ਨੂੰ ਝਟਕਾ ਲੱਗ ਗਿਆ ਡਾਕਟਰ ਸਾਹਿਬ, ਕਿਉਂਕਿ ਜਿਹੜਾ ਹਮਜ਼ਾ ਹੈਗਾ, ਹਮਜ਼ਾ ਸ਼ਹਿਬਾਜ਼, ਉਹਨਾਂ ਦਾ ਜਿਹੜਾ ਅਹੁਦਾ ਨੂੰ ਬਰਕਰਾਰ ਰੱਖਿਆ ਗਿਆ। ਨਹੀਂ, ਉਹਦੀ ਸੁਪਰੀਮ ਕੋਰਟ ਦੀ ਕਾਰਵਾਈ ਚੱਲਦੀ ਸੀ, ਅੱਜ ਉਹਨਾਂ ਨੇ ਵਰਡਿਕਟ ਨਹੀਂ ਦਿੱਤਾ, ਉਹਨੂੰ ਰਾਖਵਾਂ ਰੱਖ ਲਿਆ। ਹਾਂਜੀ ਪਰ ਇਹ ਇਸ਼ੂ ਚੱਲ ਰਹੀ ਹੈ ਅਪ੍ਰੈਲ ਦੀ, ਜਦੋਂ ਅਪ੍ਰੈਲ ਦੇ ਵਿੱਚ ਇਸਲਾਮਾਬਾਦ ਦੇ ਵਿੱਚ ਸਰਕਾਰ ਬਦਲੀ ਹੈ, ਉਦੋਂ ਹੀ ਪੰਜਾਬ ਦੇ ਵਿੱਚ ਵੀ ਬਦਲ ਗਈ। ਪੰਜਾਬ ਦੇ ਵਿੱਚ ਪੀਟੀਆਈ ਦੇ ਕੁਝ ਬੰਦੇ ਉਧਰ ਚਲ ਗਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਰਟ ਨੇ ਡਿਸਕੁਆਲੀਫਾਈ ਕਰਤਾ। ਕੋਰਟ ਨੇ ਜਦੋਂ ਡਿਸਕੁਆਲੀਫਾਈ ਕੀਤਾ ਫਿਰ ਬਾਈ ਇਲੈਕਸ਼ਨ ਹੋਈ ਹੈ। ਹਾਂਜੀ ਬਾਈ ਇਲੈਕਸ਼ਨ ਉਹ ਇਮਰਾਨ ਸਾਹਿਬ ਫਿਰ ਜਿੱਤ ਗਏ। ਹਾਂਜੀ ਉਹਨਾਂ ਦੀ ਪਾਰਟੀ ਨੇ 15-20 ਦੇ ਵਿੱਚੋਂ 15 ਸੀਟਾਂ ਜਿੱਤੀਆਂ ਜੀ, ਤਾਂ ਉਹਦੇ ਨਾਲ ਉਹਨਾਂ ਦੀ ਗਿਣਤੀ ਜਿਹੜੀ ਵੱਧ ਗਈ। ਹੁਣ ਉਹਨਾਂ ਦੀ ਨੰਬਰ ਤਾਂ ਪੂਰੇ ਨਹੀਂ ਹੁੰਦੇ ਪੀਟੀਆਈ ਦੇ ਫਿਰ ਵੀ ਪੰਜਾਬ ਅਸੈਂਬਲੀ 'ਚ, ਪਰ ਉਹਨਾਂ ਦੀ ਇੱਕ ਕੋਲੀਸ਼ਨ ਆ ਮੁਸਲਿਮ ਲੀਗ ਕਾਇਦ ਦੇ ਨਾਲ। ਇਹ ਹੈਗੀ ਹੈ ਜਿਹੜੇ ਆਪਣੇ ਆਪ ਨੂੰ ਕਾਇਦੇ ਆਜ਼ਮ ਦੀ ਪਹਿਲੀ ਪਾਰਟੀ ਸਮਝਦੇ ਆ, ਕਿਉਂਕਿ ਦੂਜੀ ਮੁਸਲਿਮ ਲੀਗ ਜਿਹੜੀ ਵੱਡੀ ਆ ਉਹ ਹੈ ਨਵਾਜ਼ ਸ਼ਰੀਫ ਦੇ ਨਾਂ ਤੇ ਮੁਸਲਿਮ ਲੀਗ ਨੂਨ ਹੈਗਾ ਉਰਦੂ ਦਾ ਅਲਫਾਬੈਟ, ਜਿਹਨੂੰ ਨਵਾਜ਼ ਸ਼ਰੀਫ। ਹਾਂਜੀ ਤੇ ਉਹਨਾਂ ਨੇ ਬਾਈ ਇਲੈਕਸ਼ਨਸ ਤੋਂ ਬਾਅਦ ਫਿਰ ਦੁਬਾਰਾ ਇਲੈਕਸ਼ਨ ਕਰਾਇਆ, ਵੋਟ ਆਫ ਕੌਨਫੀਡੈਂਸ ਕਰਾਇਆ ਪੰਜਾਬ ਦੇ ਵਿੱਚ। ਤੇ ਜਿਹੜੇ ਪਰਵੇਜ਼ ਇਲਾਹੀ ਸਾਹਿਬ ਨੇ ਪਹਿਲਾਂ ਵੀ ਚੀਫ ਮਿਨਿਸਟਰ ਹੁੰਦੇ ਸੀ, ਇਹ ਹੈਗੇ ਆ ਕਾਇਦ ਦੇ। ਪੀਟੀਆਈ ਵਾਲਿਆਂ ਨੇ ਆਪਣਾ ਚੀਫ ਮਿਨਿਸਟਰ ਨਹੀਂ ਖੜਾ ਕੀਤਾ, ਉਹਨਾਂ ਨੇ ਕਾਇਦ ਵਾਲਿਆਂ ਦਾ ਖੜਾ ਕਰ ਦਿੱਤਾ। ਇਹਨਾਂ ਨੂੰ ਮਿਲੀਆਂ 186 ਵੋਟਾਂ, ਐਗਜ਼ੈਕਟਲੀ 186 ਸੀ, ਤੇ ਉਹ ਨੰਬਰਾਂ ਦੇ ਹਿਸਾਬ ਨਾਲ ਉਹਨਾਂ ਦੇ ਕੋਲ ਜ਼ਿਆਦਾ ਸੀ। ਤੇ ਹਮਜ਼ਾ ਸ਼ਰੀਫ ਨੂੰ ਮਿਲੀਆਂ 179, ਸੌਰੀ ਉਹਨਾਂ ਦੀਆਂ ਘੱਟ ਸੀ ਵੋਟਾਂ। ਹਾਂਜੀ, ਪਰ ਡਿਪਟੀ ਸਪੀਕਰ ਨੇ ਇਹ ਕਹਿਤਾ ਕਿ ਮੁਸਲਿਮ ਲੀਗ ਕਾਇਦ ਦੇ ਨੈਸ਼ਨਲ ਲੀਡਰ ਨੇ ਲੈਟਰ ਲਿਖਿਆ ਸੀ ਆਪਣੇ ਮੈਂਬਰਸ ਨੂੰ ਵੀ ਤੁਸੀਂ ਵੋਟ ਜਿਹੜੀ ਆ ਹਮਜ਼ਾ ਸਾਹਿਬ ਨੂੰ ਪਾਉਣੀ, ਇਸ ਕਰਕੇ ਮੈਂ ਤੁਹਾਨੂੰ ਡਿਸਕੁਆਲੀਫਾਈ ਕਰ ਦਿੰਦਾ 10 ਮੈਂਬਰਸ ਨੂੰ ਉਹਨਾਂ ਨੇ। ਤੇ ਉਹ ਇਸ ਦੇ ਪਰਵੇਜ਼ ਇਲਾਹੀ ਦੇ ਉਹ 10 ਮੈਂਬਰ ਜਾਂਦੇ ਲੱਗੇ, ਪਰ ਐਕਚੁਅਲੀ ਪਾਰਲੀਮੈਂਟਰੀ ਪਾਰਟੀ ਦੇ ਪੰਜਾਬ ਅਸੈਂਬਲੀ ਦੇ ਵਿੱਚ ਜੇ ਲੀਡਰ ਆ ਤੇ ਉਹ ਪਰਵੇਜ਼ ਇਲਾਹੀ ਸਾਹਿਬ ਨੇ। ਹੁਣ ਉਹਨਾਂ ਨੇ ਇੱਕ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਕਿ ਕੀ ਡਿਪਟੀ ਸਪੀਕਰ ਦੀ ਰੂਲਿੰਗ ਠੀਕ ਸੀ ਜਾਂ ਗਲਤ ਸੀ, ਕਿਉਂਕਿ ਪਹਿਲਾਂ ਸੁਪਰੀਮ ਕੋਰਟ ਇਹ ਕਹਿ ਚੁੱਕੀ ਹੈ ਕਿ ਪਾਰਟੀ ਦਾ ਲੀਡਰ ਜੇ ਕਵੇ, ਪਾਰਟੀ ਦਾ ਲੀਡਰ ਕੀ ਨੈਸ਼ਨਲ ਪਾਰਟੀ ਦਾ ਜਾਂ ਪਾਰਲੀਮੈਂਟਰੀ ਪਾਰਟੀ ਦਾ ਕਵੇ। ਹੁਣ ਇਹ ਸਵਾਲ ਪੈਦਾ ਹੁੰਦਾ ਕਿ ਉਹ ਪਾਰਲੀਮੈਂਟਰੀ ਜਿਹੜਾ ਨੈਸ਼ਨਲ ਲੀਡਰ ਸੀ ਉਹਨੇ ਤਾਂ ਹਮਜ਼ਾ ਸ਼ਰੀਫ ਦੇ ਹੱਕ ਦੇ ਵਿੱਚ ਗੱਲ ਕੀਤੀ। ਹਾਂਜੀ, ਪਰ ਪਰਵੇਜ਼ ਇਲਾਹੀ ਖੁਦ ਐਕਚੁਅਲੀ ਚੀਫ ਮਿਨਿਸਟਰ ਦੇ ਕੈਂਡੀਡੇਟ ਸੀ, ਤਾਂ ਉਹਨਾਂ ਨੇ ਜਿਹੜੇ ਮੈਂਬਰਸ 10 ਸੀਗੇ ਉਹਨਾਂ ਨੇ ਸਾਰਿਆਂ ਨੇ ਵੋਟ ਪਾਈ, ਇਹਨਾਂ ਨੂੰ 186 ਵੋਟਾਂ ਇਹਨਾਂ ਦੀਆਂ ਤਾਂ ਹੋਈਆਂ। ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਇੰਨਾ ਕਹਿਤਾ ਕਿ ਜਿੰਨਾ ਚਿਰ ਅਸੀਂ ਕਾਰਵਾਈ ਸੁਣਦੇ ਹਾਂ ਉਹਨਾਂ ਚਿਰ ਹਮਜ਼ਾ ਸਾਹਿਬ CM ਨਹੀਂ ਬਣਨਗੇ, ਉਹਨਾਂ ਚਿਰ ਟਰਸਟੀ ਹੋਣਗੇ।
ਮਤਲਬ ਰੇਖ ਦੇਖ ਕਰਨਗੇ ਉੱਥੇ ਸਰਕਾਰ ਦੀ, ਪਰ ਇਹ ਚੀਫ ਮਿਨਿਸਟਰ ਦੇ ਤੌਰ ਤੇ ਕੋਈ ਫੈਸਲਾ ਨਹੀਂ ਲੈ ਸਕਦੇ। ਤਾਂ ਉਹਨਾਂ ਲਈ ਹੁਣ ਲੱਗਦਾ ਇੱਦਾਂ ਮੈਨੂੰ ਅਜੇ ਫੈਸਲਾ ਤਾਂ ਸੁਪਰੀਮ ਕੋਰਟ ਦਾ ਆਉਣਾ ਹੈ, ਕਿਉਂਕਿ ਅੱਜ ਆਉਣਾ ਸੀ, ਅੱਜ ਉਹਨਾਂ ਨੇ ਰਾਖਵਾਂ ਰੱਖ ਲਿਆ। ਹਾਂਜੀ, ਪਰ ਲੱਗਦਾ ਇੱਦਾਂ ਵੀ ਉਹ ਦਿਨ ਥੋੜੇ ਰਹਿ ਗਏ ਜੀ, ਹਮਜ਼ਾ ਸ਼ਰੀਫ ਦੇ ਦਿਨ ਥੋੜੇ ਰਹਿ ਗਏ। ਹਾਂਜੀ, ਇਹਨਾਂ ਨੇ ਸਾਰੀ ਫੈਮਿਲੀ ਨੇ ਕੰਟਰੋਲ ਕੀਤਾ ਹੈ ਸਾਰੀ ਪੋਲਿਟਿਕਸ ਤੇ। ਜੀ, ਦੇਖੋ ਜਿਹੜੀ ਨਵਾਜ਼ ਸ਼ਰੀਫ ਦੀ ਪਾਰਟੀ ਆ ਨਾ, ਮੁਸਲਿਮ ਲੀਗ ਨੂਨ, ਇਹ ਬਹੁਤ ਚਿਰ ਦੇ ਐਂਟੀ ਐਸਟੈਬਲਿਸ਼ਮੈਂਟ ਆਪਣੇ ਆਪ ਨੂੰ ਪੇਸ਼ ਕਰਦੇ ਹੁੰਦੇ। ਐਸਟੈਬਲਿਸ਼ਮੈਂਟ ਬੇਸਿਕਲੀ ਉਹੀ ਹੈ ਜਿਹੜੀ ਆਰਮੀ ਕੰਟਰੋਲ ਕਰਦੀ ਸਭ ਕੁਝ। ਆਰਮੀ ਐਕਟਿਵ ਆਰਮੀ ਵੀ ਕੰਟਰੋਲ ਕਰਦੀ ਆ, ਜਿਹੜੇ ਉਹਨਾਂ ਦੇ ਰਿਟਾਇਰਡ ਹੋ ਕੇ ਉਹਨਾਂ ਨੇ ਬਹੁਤ ਸਾਰੀਆਂ ਕੰਪਨੀਆਂ ਬਣਾਈਆਂ ਜਿਹੜੀਆਂ ਪਾਕਿਸਤਾਨ ਦੀ ਇਕਨੋਮੀ ਨੂੰ ਕੰਟਰੋਲ ਕਰਦੀਆਂ, ਜਿਨ੍ਹਾਂ ਦੇ ਵਿੱਚ ਟਰੱਕਿੰਗ ਇੰਡਸਟਰੀ ਆ, ਕੰਸਟਰਕਸ਼ਨ ਇੰਡਸਟਰੀਜ਼ ਆ। ਤੇ ਉਹ ਐਸਟੈਬਲਿਸ਼ਮੈਂਟ ਜੋ ਵੀ ਕਹਿੰਦੀ ਆ ਉਹ ਗੱਲ ਇਸਲਾਮਾਬਾਦ ਚੱਲਦੀ ਆ, ਫੋਰਨ ਪਾਲਿਸੀ ਚੱਲਦੀ ਹੈ। ਹੁਣ ਲੋਕੀ ਸਮਝਦੇ ਸੀ ਵੀ ਇੱਕ ਤਾਂ ਤੁਸੀਂ ਲਾਇਆ ਉਹਨੂੰ ਇਮਰਾਨ ਖਾਨ ਨੂੰ ਵੀ ਇਨਫਲੇਸ਼ਨ ਬਹੁਤ ਜ਼ਿਆਦਾ ਹੈ, ਹਾਂਜੀ, ਤੇ ਹੁਣ ਘਟੀ ਨਹੀਂ ਹੈ। ਹੁਣ IMF ਨੇ ਜਦੋਂ ਅਗਰੀਮੈਂਟ ਕੀਤਾ, ਉਹ ਜਿਹੜੇ ਪਹਿਲਾਂ ਸਬਸਿਡੀ ਦਿੰਦੇ ਹੁੰਦੇ ਸੀ ਉਹ ਵੀ ਬੰਦ ਕਰਤੀ, ਹਾਂਜੀ, ਤੇ ਕੀਮਤਾਂ ਹੋਰ ਵੀ ਜ਼ਿਆਦਾ ਚੜ੍ਹ ਗਈਆਂ ਸਨ, ਹਾਲਾਤ ਹੋਰ ਵੀ ਜ਼ਿਆਦਾ ਖਰਾਬ ਹੋ ਸੋ ਗਏ। ਜਿਹੜੀਆਂ ਗੱਲਾਂ ਇਮਰਾਨ ਖਾਨ ਦੇ ਗਲੇ 'ਚ ਪਈਆਂ ਸੀ ਨਾ, ਤੋ ਹੁਣ ਇਹਨਾਂ ਦੇ ਗਲੇ ਦੇ ਵਿੱਚ ਪੈ ਗਈਆਂ। ਹਾਂਜੀ, ਤੇ ਜੇ ਸ਼ਹਬਾਜ਼ ਸਾਹਿਬ ਦਾ ਜਿਹੜਾ ਬੇਟਾ ਆ ਉਹ ਹਮਜ਼ਾ ਚੀਫ ਮਿਨਿਸਟਰ ਆ ਪੰਜਾਬ ਦਾ, ਇੱਕੋ ਹੀ ਫੈਮਿਲੀ ਸਾਰਾ ਕੁਝ ਕੰਟਰੋਲ ਕਰਦੀ। ਉਹ ਸ਼ਹਬਾਜ਼ ਸਾਹਿਬ ਵੀ ਉੱਥੇ ਉਹਨਾਂ ਚਿਰ ਇਸਲਾਮਾਬਾਦ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੀ। ਇਲੈਕਸ਼ਨ ਤੋਂ ਬਾਅਦ ਮਰੀਮ ਨੇ ਬਣਨਾ ਪ੍ਰਾਈਮ ਮਿਨਿਸਟਰ, ਹਾਂਜੀ, ਕਿਉਂਕਿ ਨਵਾਜ਼ ਸ਼ਰੀਫ ਦੀ ਬੇਟੀ ਹੈ, ਉਹਨਾਂ ਦਾ ਵੱਡਾ ਅਹੁਦਾ ਹੈ। ਨਵਾਜ਼ ਸ਼ਰੀਫ ਆਪਣੇ ਆਪ ਦੇ ਵਿੱਚ ਜਦੋਂ ਪੋਲਿਟਿਕਸ ਦੇ ਵਿੱਚ ਆਏ ਆ ਨਾ, ਇਹਨਾਂ ਦੇ ਪਿਤਾ ਜੀ ਨੇ ਕਾਫੀ ਇੰਡਸਟਰੀ ਵਗੈਰਾ ਬਣਾਈ ਸੀ ਪੰਜਾਬ ਦੇ ਵਿੱਚ, ਅੰਮ੍ਰਿਤਸਰ ਦੇ ਆਏ ਵੈਸੇ। ਉਸ ਤੋਂ ਬਾਅਦ ਜ਼ਿਆਉਲ ਹੱਕ ਨੇ ਪਹਿਲੀ ਵਾਰੀ, ਜੇ ਨਵਾਜ਼ ਸ਼ਰੀਫ ਨੂੰ, ਜੇ ਅੱਜ ਕੱਲ ਐਂਟੀ ਐਸਟੈਬਲਿਸ਼ਮੈਂਟ ਗੱਲ ਕਰਨੀ ਹੈ ਨਾ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਉਸ ਐਸਟੈਬਲਿਸ਼ਮੈਂਟ ਨੇ ਇਹਨਾਂ ਨੂੰ ਬਣਾਇਆ ਹੈ ਪਰਿਵਾਰ ਨੂੰ। ਨਵਾਜ਼ ਸ਼ਰੀਫ ਕੋਈ ਹੀ ਵਾਜ਼ ਨੋਬਡੀ। ਹਾਂ, ਬਿਜ਼ਨਸ ਦੀ ਕਮਿਊਨਿਟੀ ਜਾਣਦੇ ਸੀ ਕਿਉਂਕਿ ਇਹਨਾਂ ਦੇ ਪਿਤਾ ਜੀ ਨੇ ਇੰਡਸਟਰੀਜ਼ ਕਾਫੀ ਬਣਾਈਆਂ ਸੀ, ਪਰ ਇਹਨਾਂ ਨੂੰ ਫਾਈਨੈਂਸ ਮਿਨਿਸਟਰ ਪਹਿਲੀ ਵਾਰ ਲਵਾਉਣ ਵਾਲੇ ਪੰਜਾਬ ਅਸੈਂਬਲੀ 'ਚ ਜ਼ਿਆਉਲ ਹੱਕ ਸਨ। ਉਹਨਾਂ ਨੇ ਇਹਨਾਂ ਨੂੰ ਫਾਈਨੈਂਸ ਮਿਨਿਸਟਰ ਬਣਾਇਆ। ਐਂਟਰੀ ਜਿਹੜੀ ਆ ਉਹ ਉਹਨਾਂ ਦੇ ਥਰੂ ਹੋਈ ਆ। ਉਸ ਤੋਂ ਬਾਅਦ ਫਿਰ ਇਹਨਾਂ ਨੇ ਪਾਰਟੀ ਬਣਾ ਲਈ, ਪਾਰਟੀ ਦੇ ਵਿੱਚ ਫਿਰ ਪ੍ਰਾਈਮ ਮਿਨਿਸਟਰ ਵੀ ਬਣੇ। ਪ੍ਰਾਈਮ ਮਿਨਿਸਟਰ ਤੋਂ ਬਾਅਦ ਇਹਨਾਂ ਦੇ ਕੂ ਹੋ ਗਿਆ, ਰਾਜ ਪਲਟਾ ਹੋ ਗਿਆ ਇਹਨਾਂ ਦੇ ਖਿਲਾਫ, ਤੇ ਹੁਣ ਤਾਂ ਲੰਡਨ ਬੈਠੇ ਨੇ ਜੀ, ਤੇ ਲੰਡਨ ਦੇ ਵਿੱਚੋਂ ਸਾਰੀ ਪਾਰਟੀ ਨੂੰ ਕੰਟਰੋਲ ਕਰਦੇ ਆ। ਉਹਨਾਂ ਦਾ ਛੋਟਾ ਭਰਾ ਪ੍ਰਾਈਮ ਮਿਨਿਸਟਰ ਬਣਿਆ ਹੈ, ਉਸ ਛੋਟੇ ਭਰਾ ਦਾ ਮੁੰਡਾ ਹੁਣ ਚੀਫ ਮਿਨਿਸਟਰ ਬਣਿਆ ਸੀ। ਹਾਂਜੀ, ਤੇ ਉਹ ਚੀਫ ਮਿਨਿਸਟਰ ਲੱਗਦਾ ਇਦਾਂ ਆ, ਜਿਸ ਤਰੀਕੇ ਨਾਲ ਚੱਲ ਰਹੀ ਗੱਲਬਾਤ, ਉਹਨਾਂ ਨੇ ਕਿਹਾ ਸੀ ਖਾਸ ਤੌਰ ਤੇ ਸਾਰੀਆਂ ਹੀ ਵਿਰੋਧੀ ਪਾਰਟੀਆਂ ਨੇ, ਜਿਨ੍ਹਾਂ ਦੇ ਵਿੱਚ PPP ਵੀ ਸ਼ਾਮਲ ਹੈ, ਕਿ ਫੁੱਲ ਬੈਂਚ ਹੋਣਾ ਚਾਹੀਦਾ ਸੁਪਰੀਮ ਕੋਰਟ ਦਾ ਜਿਹੜੀ ਇਹਦੀ ਕਾਰਵਾਈ ਸੁਣੇ। ਪਰ ਸੁਪਰੀਮ ਕੋਰਟ ਦਾ ਇਹ ਅਸੂਲ ਹੁੰਦਾ ਕਿ ਚੀਫ ਜਸਟਿਸ ਬੈਂਚ ਨੂੰ ਡਿਸਾਈਡ ਕਰਦਾ, ਫੈਸਲਾ ਕਰਦਾ ਵੀ ਕੌਣ ਕਿਹਨੇ ਕਾਰਵਾਈ ਸੁਣਨੀ ਹੈ। ਇਹ ਪ੍ਰਾਈਮ ਮਿਨਿਸਟਰ ਨਹੀਂ ਦੱਸ ਸਕਦਾ ਕਿ ਮੈਂ, ਜਾਂ ਕੋਈ ਹੋਰ ਪਾਰਟੀ ਨਹੀਂ ਦੱਸ ਸਕਦੀ ਕਿ ਇਸ ਬੈਂਚ ਦੇ ਵਿੱਚ ਕੌਣ-ਕੌਣ ਬੰਦਾ ਹੋਵੇ। ਉਹਨਾਂ ਨੇ, ਚੀਫ ਜਸਟਿਸ ਨੇ ਕਹਿਤਾ ਕਿ ਕੋਈ ਤੁਹਾਨੂੰ ਦੱਸਣ ਦੀ ਲੋੜ ਨਹੀਂ, ਅਸੀਂ ਆਪਣਾ ਬੈਂਚ ਆਪ ਹੀ ਐਸਟੈਬਲਿਸ਼ ਕਰਾਂਗੇ ਜੀ। ਤਾਂ ਅੱਜ ਸਾਰਾ ਦਿਨ ਕਾਰਵਾਈ ਚੱਲਦੀ ਰਹੀ ਹੈ। ਪਹਿਲਾਂ ਕਹਿੰਦੇ ਸੀ 5:45 ਵਜੇ, ਤਾਂ ਹੁਣ ਮੈਂ ਦੇਖਦਾ ਹਾਲੇ ਉਹਨਾਂ ਦਾ ਵਰਡਿਕਟ ਆਇਆ ਨਹੀਂ। ਹਾਂਜੀ, ਡਾਕਟਰ ਸਾਹਿਬ ਆਇਆ ਨਹੀਂ ਹਜੇ ਤੱਕ, ਮੈਂ ਵੀ ਚੈੱਕ ਕੀਤਾ ਸੀ ਹੁਣੇ। ਸੋ ਮੈਨੂੰ ਲੱਗਦਾ ਵੀ ਕੱਲ ਤਾਂ ਹੀ ਕਾਰਵਾਈ ਆ ਪਈ ਹੈ, ਪਰ ਉੱਦਾਂ ਕਿਆਸ ਰਾਈ ਲੱਗਦੀ ਹੈ। ਉੱਥੇ ਦੇ ਲੀਗਲ ਐਕਸਪਰਟ ਇਹ ਕਹਿ ਰਹੇ ਸੀ ਕਿ ਜਿਹੜੀ ਪਰਵੇਜ਼ ਲਾਹੀ ਸਾਹਿਬ ਦੀ ਆਰਗੂਮੈਂਟ ਜ਼ਿਆਦਾ ਤਕੜੀ ਹੈ। ਹਾਂਜੀ, ਉਹਨਾਂ ਦੇ ਜਿਹੜੇ 10 ਮੈਂਬਰ ਸੀਗੇ, ਉਹਨਾਂ ਦੇ ਕਹਿਆਂ ਤੇ ਉਹਨਾਂ ਨੇ ਵੋਟ ਪਾਇਆ। ਉਹ ਪਾਰਲੀਮੈਂਟਰੀ ਪਾਰਟੀ ਦੇ ਲੀਡਰ ਸੀ। ਸੋ ਜੇ ਪੁਰਾਣੀ ਸੁਪਰੀਮ ਕੋਰਟ ਦੀ ਰੂਲਿੰਗ, ਕਾਨਸਟੀਟਿਊਸ਼ਨ ਦੇ ਉਹਨਾਂ ਦੇ ਆਰਟੀਕਲ 63A ਦੇ ਮੁਤਾਬਕ, ਜਿਹੜਾ ਸੰਵਿਧਾਨ ਦੇ ਵਿੱਚ ਸੁਪਰੀਮ ਕੋਰਟ ਦੀ ਰੂਲਿੰਗ ਹੈ, ਉਹਦੇ ਹਿਸਾਬ ਦੇ ਨਾਲ ਪਰਵੇਜ਼ ਲਾਹੀ ਚੀਫ ਮਿਨਿਸਟਰ ਹੋਣੇ ਚਾਹੀਦੇ।
ਤੇ ਹਮਜ਼ਾ ਸ਼ਰੀਫ ਲਈ ਇਹ ਲਾਈਫ ਐਂਡ ਡੈਥ ਬਣੀ ਹੈ ਇਸ ਵੇਲੇ। ਹਾਂਜੀ, ਪਹਿਲਾਂ ਤਾਂ ਇਹਨਾਂ ਨੇ ਪੰਗਾ ਲਿਆ ਅਪ੍ਰੈਲ ਦੇ ਵਿੱਚ। ਅਪ੍ਰੈਲ 'ਚ ਇਹਨਾਂ ਨੇ ਉਹ ਕੁਛ ਕੀਤਾ ਜਿਹੜਾ ਮਤਲਬ ਗਲੀਆਂ 'ਚ ਕਰੀਦਾ ਹੁੰਦਾ। ਜੀ ਬਿਲਕੁਲ। ਇਹਨਾਂ ਨੇ ਡਰਾਮਾ ਕੀਤਾ। ਮੈਂ ਸੋਚਦਾ ਸੀ, ਮੈਂ ਕਿਹਾ ਕਿ ਲਹਿੰਦੇ ਪੰਜਾਬ ਦੇ ਵਿੱਚ ਚੰਗਾ ਡਰਾਮਾ ਬਣਾ ਲੈਂਦੇ ਨੇ, ਤੇ ਇਹਨਾਂ ਨੂੰ ਇੱਕ ਡਰਾਮਾ ਪੰਜਾਬ ਅਸੈਂਬਲੀ ਤੇ ਹੀ ਬਣਾਉਣਾ ਚਾਹੀਦਾ। ਜੋ ਕੁਛ ਉਹਨਾਂ ਨੇ ਕੀਤਾ ਉੱਥੇ ਅਪ੍ਰੈਲ ਦੇ ਵਿੱਚ, ਕਿਸ ਤਰੀਕੇ ਦੇ ਨਾਲ PTI ਦੇ ਬੰਦੇ ਪੱਟੇ ਇਹਨਾਂ ਨੇ। ਹਾਂਜੀ, ਉਹਨਾਂ ਤੋਂ ਵੋਟ ਪਵਾਈ, ਫਿਰ ਹਮਜ਼ਾ ਸਾਹਿਬ ਬਣੇ ਆ ਚੀਫ ਮਿਨਿਸਟਰ। ਫਿਰ ਦੇਖੋ ਜਦੋਂ ਬਾਈ ਇਲੈਕਸ਼ਨਸ ਹੋਈਆਂ ਨੇ, ਇਹਨਾਂ ਨੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਛੱਡ ਕੇ ਉਹ ਜਿਹੜੇ ਟਰਨਕੋਟ ਸੀ, ਜਿਹੜੇ ਨਵੀਆਂ ਜੈਕਟਾਂ ਪਾ ਕੇ ਆਏ, ਕੱਲ ਤਾਈਂ ਉਹ ਸਾਰੇ PTI ਦੇ MLA ਸੀ, ਤੇ ਅੱਜ ਇਹਨਾਂ ਨੇ ਟਿਕਟਾਂ ਦੇਤੀਆਂ। ਨਵਾਜ਼ ਸ਼ਰੀਫ ਉਹਨਾਂ ਦੀ ਪਾਰਟੀ ਨੇ, ਮੁਸਲਿਮ ਲੀਗ ਨੂਨ ਨੇ ਸਾਰੇ ਟਰਨਕੋਟਸ ਨੂੰ ਪੈ ਦਿੱਤੀਆਂ। ਹੁਣ ਫਿਰ ਲੋਕਾਂ ਨੇ ਇਹ ਗੱਲ ਕੀਤੀ ਕਿ ਦੇਖੋ ਤੁਸੀਂ ਇਨਫਲੇਸ਼ਨ ਦੀ ਗੱਲ ਕਰਦੇ ਸੀ, ਤੁਹਾਡੇ ਅੰਡਰ ਜ਼ਿਆਦਾ ਹੋ ਗਈ ਹੈ। ਇਮਰਾਨ ਖਾਨ ਦੇ ਅੰਡਰ ਤਾਂ 3 ਮਹੀਨੇ ਹੋ ਗਏ, ਉਹ ਭੁੱਲ ਗਏ ਲੋਕੀ। ਹਾਂਜੀ, ਲੋਕਾਂ ਨੂੰ ਭੁੱਲਣ ਨੂੰ ਬਹੁਤਾ ਚਿਰ ਨਹੀਂ ਲੱਗਦਾ ਜੀ। ਜਿਹੜਾ ਬੰਦਾ ਸੱਤਾ 'ਚ ਹੁੰਦਾ ਡਾਕਟਰ ਸਾਹਿਬ, ਫਿਰ ਸਵਾਲ ਤਾਂ ਉਹਦੇ ਤੇ ਹੀ ਉੱਠਦੇ ਆ। ਸਵਾਲ ਉੱਠਦੇ ਆ, ਨੈਸ਼ਨਲੀ ਉੱਠਦੇ ਆ ਸ਼ਹਬਾਜ਼ ਸਾਹਿਬ ਤੇ ਜੀ ਕਿ ਤੁਸੀਂ ਕੀ ਕਰ ਰਹੇ ਆ, ਤੁਸੀਂ ਸਭ ਕੁਝ ਵੇਚ ਰਹੇ ਆ ਆਪਣੇ ਆਪ ਨੂੰ। IMF ਨੇ ਜੋ ਕੁਝ ਕਿਹਾ ਉਹਨੂੰ ਮੰਨ ਗਏ, ਔਰ ਉਹ ਆਪਣੀ ਸਫਾਈ ਇਹ ਪੇਸ਼ ਕਰਦੇ ਆ ਕਿ ਸਾਨੂੰ ਲੋਨ ਨਹੀਂ ਸੀ ਮਿਲਣਾ। ਠੀਕ ਹੈ, ਉਹਨਾਂ ਨੇ ਲੋਨ ਨਹੀਂ ਦੇਣਾ, ਪਰ ਲੋਨ ਥੋੜਾ ਜਿਹਾ ਠਹਿਰ ਕੇ ਦੇ ਦੇਣਗੇ, ਕਿਉਂਕਿ ਬੈਲੈਂਸ ਆਫ ਪੇਮੈਂਟ ਉਹਨਾਂ ਨੇ ਬਰਾਬਰ ਰੱਖਣਾ ਆ। ਪਾਕਿਸਤਾਨ LI ਆ ਉਹਨਾਂ ਦੀ, ਇਸ ਕਰਕੇ ਅਮਰੀਕਨ ਸਭ ਤੋਂ ਜ਼ਿਆਦਾ ਵੋਟਾਂ ਜਿਹੜੀਆਂ IMF ਦੇ ਵਿੱਚ ਆ ਉਹ ਅਮਰੀਕਾ ਦੇ ਕੋਲ ਆ। ਇਹਨਾਂ ਨੇ ਇਵੈਂਚੁਅਲੀ ਦਬਾ ਦੇਣਾ ਸੀ, ਪਰ ਇਸ ਵੇਲੇ ਜੇ ਸਭ ਤੋਂ ਵੱਧ ਸੌਖਾ ਤਰੀਕਾ ਸੀ, ਉਹ ਇਮਰਾਨ ਖਾਨ ਦੀ ਸਲਾਹ ਠੀਕ ਸੀ ਕਿ ਰਸ਼ੀਆ ਤੋਂ ਤੇਲ ਲਓ, ਰਸ਼ੀਆ ਤੋਂ ਗੈਸ ਲਓ, ਬੜੀ ਸਸਤੀ ਦੇ ਰਹੇ ਆ, ਤੇ ਉਹਨਾਂ ਦੇ ਨਾਲ ਇਨਫਲੇਸ਼ਨ ਤੇ ਜਿਹੜਾ ਸਾਡੇ ਤੇ ਅਸਰ ਪੈ ਰਿਹਾ ਉਹ ਘਟਿਆ, ਕਮ ਸੇ ਕਮ ਥੋੜਾ ਜਿਹਾ ਘਟੂਗਾ। ਹਾਂਜੀ, ਕਿਉਂਕਿ ਬਾਕੀ ਜਿੱਦਾਂ ਹੁਣ ਖੰਡ ਦੀ ਕੀਮਤ ਵਧੀ ਜਾਂਦੀ ਆ, ਦਾਲਾਂ ਦੀ ਕੀਮਤ ਵਧੀ ਜਾਂਦੀ ਆ, ਉਹ ਤਾਂ ਕੁਝ ਨਹੀਂ ਕਰ ਸਕਦੇ ਜੀ। ਪਰ ਆਇਲ ਜਿਹੜੀਆਂ ਚੀਜ਼ਾਂ ਲਈ ਵਰਤਿਆ ਜਾਂਦਾ, ਐਗਰੀਕਲਚਰ ਲਈ ਆਇਲ ਵਰਤਿਆ ਜਾਂਦਾ, ਤਾਂ ਐਗਰੀਕਲਚਰ ਲਈ ਜੇ ਆਇਲ ਵਰਤਿਆ ਜਾਂਦਾ, ਉਹਦੀ ਪ੍ਰੋਡਕਸ਼ਨ ਕਰਨ ਲਈ ਕਮ ਸੇ ਕਮ ਕਾਸਟ ਘਟੂਗੀ ਉਹਦੀ। ਹਾਂਜੀ, ਉਹਦੇ ਤਾਂ ਖਿਲਾਫ ਇਹਨਾਂ ਨੇ, ਜਨਰਲ ਬਾਜਵਾ ਸਾਹਿਬ ਨੇ ਉਹਦੇ ਅਮਰੀਕਾ ਦਾ ਕਰਕੇ ਸ਼ਹਬਾਜ਼ ਸ਼ਰੀਫ ਨੂੰ ਇਹਨਾਂ ਨੇ ਪ੍ਰਾਈਮ ਮਿਨਿਸਟਰ ਬਣਾਤਾ। ਹਾਂਜੀ, ਤੇ ਮਰਿਆ ਗਲ ਉਹਨਾਂ ਦੇ ਸੱਪ ਗਲ ਪਾ ਲਿਆ ਉਹਨਾਂ ਨੇ। ਤੇ ਹੁਣ ਹਮਜ਼ਾ ਸਾਹਿਬ ਦੇ ਵੀ ਦਿਨ ਥੋੜੇ ਰਹਿ ਗਏ। ਹਾਂਜੀ ਡਾਕਟਰ ਸਾਹਿਬ, ਬਿਲਕੁਲ ਕਰ ਲੈ ਮੌਜ ਬਹਾਰ ਵੇ, ਦਿਨ ਥੋੜੇ ਰਹਿ ਗਏ। ਹਾਂਜੀ, ਤੇ ਅੱਜ ਦਾ ਵਿਚਾਰ। ਹਾਂਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ ਜੀ ਕਿ ਹਰ ਮਹਿਮਾਨ ਦੀ ਖੁਸ਼ੀ ਹੁੰਦੀ ਹੈ, ਹਰ ਮਹਿਮਾਨ ਦੀ ਖੁਸ਼ੀ ਹੁੰਦੀ ਹੈ ਕਿਸੇ ਦੇ ਆਉਣ ਤੇ ਕਿਸੇ ਦੇ ਜਾਣ ਤੇ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਕਾਲ ਕਰ ਸਕਦੇ ਸਾਨੂੰ ਤੁਸੀਂ 6045929191 ਤੇ 6045929191 ਤੇ ਈਮੇਲ ਕਰ ਸਕਦੇ ਹੋ info@radioindia.ca ਤੇ। ਇਸ ਤੋਂ ਇਲਾਵਾ ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਮੈਸੇਜ ਕਰਕੇ ਦੱਸ ਸਕਦੇ ਹੋ ਜੀ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ। ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ। ਡੇਲੀ ਨਿਊਜ਼ ਅਪਡੇਟ ਦੇ ਲਈ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਫੋਲੋ ਜ਼ਰੂਰ ਕਰੋ।